ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਦੋ ਤਿੰਨ ਮੁੱਦੇ ਅੱਜ ਬਹੁਤ ਚਰਚਾ ਦੇ ਵਿੱਚ ਨੇ। ਸਭ ਤੋਂ ਵੱਧ ਚਰਚਾ ਜਿਸ ਮੁੱਦੇ ਦੀ ਅੱਜ ਹੋ ਰਹੀ ਆ ਉਹ ਕੱਲ੍ਹ ਦਾ ਮੁੱਦਾ ਆ। ਕੱਲ੍ਹ ਫੈਡਰਲ ਸਰਕਾਰ ਨੇ ਬਜਟ ਦੇ ਵਿੱਚ ਕੁਝ ਪ੍ਰਪੋਜ਼ਲ ਰੱਖੇ ਆ, ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ ਜਿਹਦੇ ਨਾਲ ਕੈਨੇਡਾ ਦੀ ਜਿਹੜੀ ਇਹ ਰੈੱਡ ਹੌਟ ਮਾਰਕੀਟ ਆ ਘਰਾਂ ਦੀ, ਇਹਨੂੰ ਠੰਡਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੁੱਖ ਤੌਰ ਦੇ ਉੱਤੇ ਅੱਜ ਆਪਾਂ ਉਹਦੇ ਉੱਤੇ ਗੱਲਬਾਤ ਕਰਨੀ ਹੈ ਕਿ ਕੀ ਇਹਨੂੰ ਠੰਡਿਆਂ ਕੀਤਾ ਜਾ ਸਕਦਾ, ਇਹਦੇ ਵਿੱਚ ਫੈਕਟਰ ਕਿਹੜੇ ਕਿਹੜੇ ਨੇ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਹੋਣ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਕੋਲੋਂ ਜਾਣਦੇ ਹਾਂ ਕਿ ਮਾਮਲਾ ਕੀ ਹੈ, ਸਰਕਾਰ ਕੀ ਕਰਨ ਦਾ ਯਤਨ ਕਰ ਰਹੀ ਹੈ। ਇਸੇ ਤਰ੍ਹਾਂ ਸਾਡੇ ਰਾਇਲੀ ਪੇਜ ਦੇ ਰਿਐਲਟਰ ਨੇ ਗੁਰਤੇਜ ਗਿੱਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇੱਕ ਰਿਐਲਟਰ ਇਹਨੂੰ ਕਿਸ ਪੱਖ ਦੇ ਨਾਲ ਦੇਖ ਰਿਹਾ, ਫਲਿੱਪਿੰਗ ਕੀ ਹੁੰਦੀ ਆ, ਘਰ ਲੈ ਕੇ ਫਾਇਦੇ ਲਈ ਵੇਚਣਾ ਕੀ ਮਾੜੀ ਗੱਲ ਹੁੰਦੀ ਹੈ, ਇਕੋਨਮੀ ਦਾ ਕਿੱਦਾਂ ਨੁਕਸਾਨ ਹੁੰਦਾ, ਉਹਦੇ ਸੰਬੰਧੀ ਕੁਝ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ। ਅਤੇ ਪ੍ਰੋਗਰਾਮ ਦੇ ਆਖਰ ਦੇ ਵਿੱਚ ਗੱਲ ਅੱਜ ਦੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋ ਗਏ ਆ। ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਕੀ ਦੁਬਾਰਾ ਪਾਬੰਦੀਆਂ ਲੱਗ ਸਕਦੀਆਂ, ਕੀ ਕੋਵਿਡ ਦੇ ਕੇਸ ਇਸੇ ਤਰ੍ਹਾਂ ਜੇ ਵੱਧਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੰਕਟ ਪੈਦਾ ਹੋ ਸਕਦਾ ਜਾਂ ਇਹ ਸਿਰਫ ਗੱਲਾਂ ਹੀ ਨੇ। ਇੱਕ ਖਬਰ ਹੋਰ ਕਿ BC ਦੇ ਵਿੱਚ ਅੱਜ ਤੋਂ ਵੈਕਸੀਨ ਪ੍ਰੂਫ ਦੀ ਲੋੜ ਨਹੀਂ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਕਰੂਜ਼ ਸ਼ਿਪ ਦੁਬਾਰਾ 2 ਸਾਲਾਂ ਤੋਂ ਬਾਅਦ ਸ਼ੁਰੂ ਹੋ ਗਏ ਨੇ, ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। BC ਦੇ ਵਿੱਚ ਹੁਣ ਅੱਜ ਤੋਂ ਵੈਕਸੀਨ ਦਾ ਪ੍ਰੂਫ ਨਹੀਂ ਚਾਹੀਦਾ। ਤੁਸੀਂ ਜੇ ਕਿਸੇ ਰੈਸਟੋਰੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ, ਬਾਰ ਦੇ ਵਿੱਚ ਜਾਣਾ ਚਾਹੁੰਦੇ ਹੋ, ਮੂਵੀ ਥੀਏਟਰ 'ਚ ਜਾਣਾ ਚਾਹੁੰਦੇ ਹੋ ਜਾਂ ਇੰਡੋਰ ਵੈਨਿਊ ਦੇ ਉੱਤੇ ਕਿਸੇ 'ਤੇ ਵੀ ਜਾਣਾ ਚਾਹੁੰਦੇ ਹੋ, BC ਦਾ ਅੱਜ ਤੋਂ ਇਹ ਸ਼ਰਤ ਹਟ ਗਈ ਹੈ। BC ਵੈਕਸੀਨ ਕਾਰਡ ਰਿਕੁਆਇਰਮੈਂਟ ਚੱਕ ਦਿੱਤੀ ਗਈ ਆ ਅੱਜ, ਜਾਣੀ ਕਿ ਸ਼ੁੱਕਰਵਾਰ ਤੋਂ, ਜਿਹੜਾ ਕਿ ਪ੍ਰੋਵਿੰਸ ਦਾ ਕੋਵਿਡ-19 ਦਾ ਰਿਕਵਰੀ ਪਲਾਨ ਆ ਉਹਦੇ ਤਹਿਤ ਇਹ ਗਿਣਤੀ ਦੇ ਵਿੱਚ ਆਉਂਦਾ ਸੀ। ਵੈਕਸੀਨ ਪਾਸਪੋਰਟ ਪਿਛਲੇ ਸਤੰਬਰ ਦੇ ਵਿੱਚ ਸਾਹਮਣੇ ਲਿਆਂਦਾ ਗਿਆ ਸੀ ਵਾਇਰਸ ਦੇ ਸਪਰੈਡ ਨੂੰ ਸਲੋ ਕਰਨ ਦੇ ਲਈ। ਜਿਹੜੀ ਇੱਕ ਸੀਗਾ ਇਹ ਲਾਸਟ ਮੇਨ ਪੈਂਡੈਮਿਕ ਪ੍ਰੋਟੈਕਸ਼ਨ ਮੈਜਰ, ਇਹਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੰਨਿਆ ਜਾ ਰਿਹਾ ਸੀ। ਲੋਕਾਂ ਨੂੰ ਇਹ ਵੀ ਰਿਮਾਈਂਡ ਕਰਵਾਇਆ ਜਾ ਰਿਹਾ ਕਿ ਜਿਹੜੇ ਕੁਛ ਬਿਜ਼ਨੈਸਿਸ ਨੇ, ਕੁਛ ਈਵੈਂਟਸ ਨੇ ਜਾਂ ਕੁਛ ਸਰਵਿਸਿਜ਼ ਨੇ, ਉਹਨਾਂ ਨੂੰ ਅਜੇ ਵੀ ਵੈਕਸੀਨ ਦਾ ਜਿਹੜਾ ਪ੍ਰੂਫ ਆ ਉਹ ਚਾਹੀਦਾ ਹੋ ਸਕਦਾ ਆ ਜੇ ਉੱਥੇ ਉਹ ਜਾਣਾ ਚਾਹੁੰਦੇ ਆ, ਜੇ ਉੱਥੇ ਜਾਣਾ ਚਾਹੁੰਦੇ ਆ। ਤਾਂ ਇਹਦੇ ਨਾਲ ਪ੍ਰੋਵਿੰਸ ਇਹ ਕਹਿ ਰਿਹਾ ਕਿ ਇੰਪੋਰਟੈਂਟ ਇਸ ਵੇਲੇ ਇਹ ਆ ਕਿ ਲੋਕਾਂ ਦੀ ਚੋਇਸ, ਲੋਕਾਂ ਦੇ ਬਿਜ਼ਨਸਿਸ ਨੂੰ ਸਮਝਿਆ ਜਾਵੇ ਕਿ ਇਹ ਇੱਕ ਜਿਹੜਾ ਵਿਅਕਤੀ ਉਹ ਕੀ ਚਾਹੁੰਦਾ ਆ, ਤਾਂ ਉਹਨੂੰ ਕੀ ਇਸ ਚੀਜ਼ ਦੀ ਲੋੜ ਆ, ਉਸੇ ਅਨੁਸਾਰ ਐਕਟ ਕੀਤਾ ਜਾਵੇ। ਇਹਦੇ ਨਾਲ ਹੀ ਜਿਹੜਾ BC ਵੈਕਸੀਨ ਕਾਰਡ ਸਕ੍ਰੈਪ ਕਰਨ ਦੇ ਨਾਲ ਇਹ ਵੀ ਰਿਮਾਈਂਡਰ ਆ ਕਿ ਵਰਕਪਲੇਸ ਸੇਫਟੀ ਆਰਡਰ ਵੀ ਐਕਸਪਾਇਰ ਹੋ ਗਿਆ। ਜਿਹਦਾ ਮਤਲਬ ਇਹ ਆ ਕਿ ਬਿਜ਼ਨਸਿਸ ਜਿਹੜੇ ਇਸ ਵੇਲੇ ਟਰਾਂਜੀਸ਼ਨ ਬੈਕ ਉੱਥੇ ਕਮਿਊਨੀਕੇਬਲ ਡਿਜ਼ੀਜ਼ ਪਲਾਨਸ ਨੇ ਉਹਦੇ ਉੱਤੇ ਆ ਗਏ ਆ, ਅਤੇ ਜਿਹੜੇ ਪੈਂਡੈਮਿਕ ਸਪੈਸੀਫਿਕ ਸੇਫਟੀ ਪਲਾਨ ਸੀ ਉਹਦੇ ਤੋਂ ਨਿਕਲ ਗਏ ਆ। ਜਿਹੜੇ ਲੋਕ ਜਿਹੜੇ ਸਟੂਡੈਂਟ ਰੈਜ਼ੀਡੈਂਸ ਰਹਿ ਰਹੇ ਆ ਉਹਨਾਂ ਨੂੰ ਕੋਈ ਵੀ ਹੁਣ ਫੁੱਲੀ ਵੈਕਸੀਨੇਟ ਹੋਣ ਦੀ ਲੋੜ ਨਹੀਂ ਆ ਅੱਜ ਤੋਂ। ਅਤੇ ਇਸੇ ਤਰ੍ਹਾਂ ਹੀ ਮਾਰਚ ਦੇ ਐਂਡ ਵਿੱਚ BC ਦੇ ਪ੍ਰੀਮੀਅਰ ਜੌਨ ਹੌਰਗਨ ਹੋਰਾਂ ਨੇ ਇਹ ਲੋਕਾਂ ਨੂੰ ਕਿਹਾ ਸੀ ਕਿ ਪ੍ਰੋਵਿੰਸ ਇਸ ਵੇਲੇ ਸਾਰੀਆਂ ਰਿਸਟ੍ਰਿਕਸ਼ਨ ਚੱਕਣ ਦੇ ਲਈ ਤਿਆਰ ਆ, ਜੇਕਰ ਕੇਸ ਘਟਦੇ ਰਹੇ ਅਤੇ ਉਸੇ ਲੜੀ ਤਹਿ 'ਤੇ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਇੱਕ ਕਰਕੇ ਚੱਕੀਆਂ ਜਾ ਰਹੀਆਂ ਨੇ। ਸੋ ਭਾਵੇਂ ਕਿ ਇਸ ਵੇਲੇ ਕੇਸ ਹੌਲੀ ਹੌਲੀ ਵੱਧ ਰਹੇ ਆ, ਆਪਾਂ ਅੱਗੇ ਚੱਲ ਕੇ ਵੀ ਗੱਲਬਾਤ ਕਰਾਂਗੇ, ਉਹਦੇ ਵਿੱਚ ਵੀ ਤੁਹਾਡੇ ਨਾਲ ਖਾਸ ਤੌਰ 'ਤੇ ਗੱਲਬਾਤ ਕਰਾਂਗੇ ਕਿ ਸਥਿਤੀ ਕੀ ਬਣ ਰਹੀ ਆ। ਬਾਵਜੂਦ ਇਹਦੇ ਜਿਹੜਾ ਪ੍ਰੋਵਿੰਸ ਆ ਉਹਨਾਂ ਨੇ ਇਹਨੂੰ ਰਿਸਟ੍ਰਿਕਸ਼ਨ ਨੂੰ ਹਟਾ ਦਿੱਤਾ। 31 ਮਾਰਚ ਨੂੰ ਉਹਨੇ ਕਿਹਾ ਸੀ ਕਿ ਹੁਣ ਕਾਫੀ ਕੌਨਫੀਡੈਂਟ ਫੀਲ ਕਰਦੇ ਆ ਉਹ ਕਿ ਇੱਕ ਵਾਰੀ ਜਿਹੜੀਆਂ ਪ੍ਰੋਟੈਕਸ਼ਨ ਇਹ ਚੱਕ ਦਿੱਤੀਆਂ ਗਈਆਂ, ਅਤੇ ਜਿਹੜੇ ਹਜੇ ਵੀ ਕੰਸਰਨਡ ਹੈਗੇ ਆ ਉਹਨਾਂ ਨੇ ਕਿਹਾ ਸੀ ਕਿ ਉਹ ਦੂਜਿਆਂ ਦੀ ਰਿਸਪੈਕਟ ਕਰਨ ਅਤੇ ਜਿਸ ਤਰੀਕੇ ਦੇ ਨਾਲ ਕੋਈ ਸੁਸਾਇਟੀ ਦੇ ਵਿੱਚ ਕੰਫਰਟੇਬਲ ਆ ਉਸੇ ਤਰ੍ਹਾਂ ਬਿਹੇਵ ਕਰਨ। ਜੇਕਰ ਮਾਸਕ ਪਾ ਕੇ ਠੀਕ ਕੰਫਰਟੇਬਲ ਲੱਗਦਾ ਤਾਂ ਮਾਸਕ ਪਾ ਲੈਣਾ ਚਾਹੀਦਾ ਆ। ਤੁਹਾਨੂੰ ਇਹ ਵੀ ਇੱਥੇ ਯਾਦ ਕਰਾਉਣਾ ਜਿਹੜਾ ਜ਼ਰੂਰੀ ਆ ਕਿ 4 ਅਪ੍ਰੈਲ ਨੂੰ ਸਾਡੇ ਪ੍ਰੀਮੀਅਰ ਜੌਨ ਹੌਰਗਨ ਨੂੰ ਵੀ ਕੋਵਿਡ ਹੋ ਗਿਆ ਸੀ, ਟੈਸਟ ਪੋਜ਼ੀਟਿਵ ਆਏ ਸੀ। ਸਾਰੀ ਪੈਂਡੈਮਿਕ ਹੈਲਥ ਆਰਡਰਸ ਜਿਹੜੇ ਆ ਚੱਕੇ ਜਾ ਰਹੇ ਆ। BC ਦੇ ਵਿੱਚ ਕੈਨੇਡੀਅਨਸ ਨੂੰ ਅਜੇ ਵੀ ਯਾਦ ਕਰਵਾਇਆ ਜਾ ਰਿਹਾ ਕਿ ਫੈਡਰਲੀ ਕੁਛ ਰੂਲ ਜਿਹੜੇ ਉਹ ਇਨ ਪਲੇਸ ਅਜੇ ਵੀ ਹੈਗੇ ਆ। ਪ੍ਰੂਫ ਆਫ ਵੈਕਸੀਨੇਸ਼ਨ ਅਜੇ ਵੀ ਚਾਹੀਦਾ ਹੈ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਜਾਣਾ ਆ। BC ਦੇ ਵਿੱਚ ਇਹਦੇ ਤੋਂ ਬਚਾਅ ਆ। ਟਰੈਵਲਰਸ ਨੂੰ ਵੀ ਇਹ ਰਿਮਾਈਂਡ ਕਰਵਾਇਆ ਜਾ ਰਿਹਾ ਕਿ ਸਾਰੇ ਕੁਛ ਦੇ ਬਾਵਜੂਦ ਅਜੇ ਵੀ ਜਿਹੜੀ ਏਅਰਪੋਰਟਸ ਦੇ ਉੱਤੇ ਮਾਸਕ ਦੀ ਰਿਕੁਆਇਰਮੈਂਟ ਹੈਗੀ ਆ। ਸੋ ਜੇਕਰ ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਇਹ ਮੈਂਡੇਟ ਚੱਕ ਦਿੱਤਾ ਗਿਆ। ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਬਿਜ਼ਨਸ ਜਿਹੜੇ ਟੈਂਪਰੇਰੀ ਬੰਦ ਹੋਏ ਸੀ ਅਤੇ ਬਹੁਤ ਸਾਰੇ ਬਿਜ਼ਨਸ ਪੱਕੇ ਬੰਦ ਹੋ ਗਏ ਸੀ।
ਜਿਹੜੇ ਕਰੂਜ਼ ਸ਼ਿਪ ਇੰਡਸਟਰੀ ਦੇ ਨਾਲ ਕੰਮਕਾਰ ਸੀਗੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਸੀ। ਜਿੱਥੇ 40-40 ਹਜ਼ਾਰ ਡਾਲਰ ਦੀ ਸੇਲ ਹੁੰਦੀ ਸੀ, ਉਹ ਸਿਰਫ 4,000 ਡਾਲਰ ਜਾਂ 400 ਡਾਲਰ ਦੀ ਸੇਲ ਉਹਨਾਂ ਰੈਸਟੋਰੈਂਟ ਦੇ ਵਿੱਚ ਰਹਿ ਗਈ ਸੀ, ਜਿਹੜੇ ਰੈਸਟੋਰੈਂਟਸ ਜਾਂ ਕਰੂਜ਼ ਸ਼ਿਪ ਦੇ ਨਾਲ ਸੰਬੰਧਿਤ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਸੀ, ਚਾਹੇ ਉਹ ਵੈਨਕੂਵਰ ਦੇ ਵਿੱਚ ਸੀ ਜਾਂ ਚਾਹੇ ਕਿਤੇ ਹੋਰ ਸੀ। ਹੁਣ ਇਸ ਵੀਕਐਂਡ ਦੇ ਉੱਤੇ ਕਰੂਜ਼ ਸ਼ਿਪ ਜਿਹੜੇ ਵਾਪਸ ਕੈਨੇਡਾ ਦੇ ਵਿੱਚ ਪਹਿਲੀ ਵਾਰ 2 ਸਾਲ ਤੋਂ ਬਾਅਦ ਚੱਲਣੇ ਸ਼ੁਰੂ ਹੋ ਜਾਣੇ ਆ। ਅਤੇ ਜਿਹੜਾ ਵੈਸਲ ਆ ਇੱਕ ਉਹ ਇਸ ਵੇਲੇ ਦੱਸਦੇ ਆ ਕਿ ਪਹਿਲਾ ਵੈਸਲ ਵਿਕਟੋਰੀਆ ਦੇ ਵਿੱਚ ਸੈਟਰਡੇ ਨੂੰ ਉੱਥੇ ਤਿਆਰ ਖੜਾ ਆ, ਅਤੇ ਜਿਹੜਾ ਵੈਨਕੂਵਰ ਦੇ ਵਿੱਚ ਐਤਵਾਰ ਨੂੰ ਜਿਹੜਾ ਹੋਮ ਪੋਰਟ ਆ ਇਹਨਾਂ ਦਾ ਉੱਥੇ। ਸੋ ਇਹ ਹੁਣ ਕਰੂਜ਼ ਸ਼ਿਪ ਚੱਲਣੇ ਸ਼ੁਰੂ ਹੋ ਜਾਣੇ ਆ। ਜਦੋਂ ਪਹਿਲਾ ਪੈਸੰਜਰ ਜਿਹੜਾ ਇਹ ਕਰੂਜ਼ ਸ਼ਿਪ ਦੇ ਵਿੱਚ ਪੈਸੰਜਰ ਨੇ ਜਾਣਾ ਸ਼ੁਰੂ ਹੋਣਾ ਆ, ਤਾਂ ਇਹ ਇੱਕ ਬੜੀ ਨਵੀਂ ਗੱਲ ਹੋਊਗੀ, ਕਿਉਂਕਿ ਇੱਕ ਕਰਕੇ ਪਾਬੰਦੀਆਂ ਹਟ ਰਹੀਆਂ ਸੀ। ਉਹਨਾਂ ਪਾਬੰਦੀਆਂ ਤੋਂ ਬਾਅਦ ਹੁਣ ਸਾਰਾ ਕੁਝ ਨੋਰਮਲ ਹੋ ਰਿਹਾ, ਅਤੇ ਜਿਹਦੇ ਵਿੱਚ ਕਰੂਜ਼ ਸ਼ਿਪ ਦਾ ਸ਼ੁਰੂ ਹੋਣਾ ਵੀ ਇੱਕ ਜਿਹੜਾ ਉਹਦਾ ਪਾਰਟ ਆ। ਸੋ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਆ, ਲੋਕ ਘਰਾਂ ਦੇ ਉੱਤੋਂ ਬਾਹਰ ਵੀ ਨਿਕਲਣਾ ਚਾਹੁੰਦੇ ਆ। ਇਹਦੇ ਨਾਲ ਜਿਹੜੇ ਕਰੂਜ਼ ਸ਼ਿਪ ਇੰਡਸਟਰੀ ਦੇ ਨਾਲ ਬਿਜ਼ਨਸ ਸੀਗੇ, ਜਿਹੜੇ ਰੈਸਟੋਰੈਂਟ ਸੀਗੇ, ਕੌਫੀ ਸ਼ਾਪ ਸੀਗੀ, ਉੱਥੇ ਵੀ ਐਕਟੀਵਿਟੀ ਹੌਲੀ ਹੌਲੀ ਜਿਹੜੀ ਵਾਪਸ ਸ਼ੁਰੂ ਹੋ ਰਹੀ ਆ, ਅਤੇ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਕਾਫੀ ਜਿਹੜੇ ਵਿਜ਼ਿਟਰ ਆ ਇੱਥੇ ਆਉਣਗੇ, ਇੰਟਰਨੈਸ਼ਨਲ ਟੂਰਿਸਟ ਵੀ ਆਉਣਗੇ। ਸਪੈਸ਼ਲ ਈਵੈਂਟਸ ਅਤੇ ਜਿਹੜੀਆਂ ਕਨਵੈਨਸ਼ਨਸ ਹੈਗੀਆਂ ਉਹ ਸਾਰਾ ਕੁਛ ਦੁਬਾਰਾ ਵਾਪਸ ਆਪਣੇ ਹਿਸਾਬ ਦੇ ਨਾਲ ਪਹਿਲਾਂ ਵਾਂਗੂ ਸ਼ੁਰੂ ਹੋ ਜਾਊਗਾ। ਟੂਰਿਜ਼ਮ ਵੈਨਕੂਵਰ ਇਹ ਗੱਲਬਾਤ ਕਹਿ ਰਿਹਾ ਕਿ ਹਰੇਕ ਕਰੂਜ਼ ਸ਼ਿਪ ਦੇ ਉੱਤੇ ਟੂਰਿਸਟ ਨੂੰ ਜਿਹੜਾ ਮਤਲਬ ਟੋਟਲ ਇਕੋਨਮੀ ਦੇ ਵਿੱਚ ਜੇ ਹਿਸਾਬ ਲਾ ਕੇ ਦੇਖਿਆ ਜਾਵੇ ਤਾਂ 3 ਮਿਲੀਅਨ ਟੋਟਲ ਇਕੋਨਮੀ ਦੇ ਵਿੱਚ ਚਾਹੁੰਦਾ ਆ, ਅਤੇ 300 ਸ਼ਿਪ ਵਿਜ਼ਿਟ ਕਰਦੇ ਆ ਉਹ ਜਿਹੜੇ ਵੀਕਐਂਡ ਤੋਂ ਲੈ ਕੇ ਨਵੰਬਰ ਤੱਕ। ਇੰਨਾ ਅੰਦਾਜ਼ਾ ਲਾਇਆ ਜਾ ਰਿਹਾ ਕਿ 300 ਸ਼ਿਪ ਇੱਥੇ ਜਿਹੜੇ ਆ ਉਹ ਵਿਜ਼ਿਟ ਕਰਨਗੇ। ਅਤੇ ਪਹਿਲਾ ਸ਼ਿਪ ਜਿਹੜਾ ਕੈਰੇਬੀਅਨ ਪ੍ਰਿੰਸੈਸ ਸ਼ਿਪ ਆ ਉਹ ਕੋਵਿਡ ਨਾਲ ਹਿੱਟ ਹੋਇਆ ਸੀ, ਅਤੇ ਵੈਨਕੂਵਰ ਦੇ ਵਿੱਚ ਉਹਨੂੰ ਕੱਟ ਸ਼ਾਰਟ ਕੀਤਾ ਗਿਆ ਸੀ। ਹੁਣ ਇਹ ਗੱਲ ਕਾਫੀ ਚੰਗੀ ਅਤੇ ਖੁਸ਼ੀ ਵਾਲੀ ਆ ਕਿ ਕਰੂਜ਼ ਸ਼ਿਪ ਦੁਬਾਰਾ ਸਟਾਰਟ ਹੋ ਰਹੇ ਆ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਹੋਣਾ ਨਾਲ, ਜਿਹੜੀ ਘਰਾਂ ਦੀ ਮਾਰਕੀਟ ਨੂੰ ਰੋਕਣ ਬਾਰੇ ਸਰਕਾਰ ਯਤਨ ਕਰ ਰਹੀ ਹੈ। ਉਹਦੇ ਤੋਂ ਬਾਅਦ 'ਚ ਆਪਾਂ ਗੱਲਬਾਤ ਕਰਨੀ ਹੈ ਰਿਐਲਟਰ ਗੁਰਤੇਜ ਗਿੱਲ ਹੋਣਾ ਦੇ ਨਾਲ, ਅਤੇ ਪ੍ਰੋਗਰਾਮ ਦੇ ਆਖਰ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਕੇਸ ਵੱਧ ਰਹੇ ਆ ਕੋਵਿਡ ਦੇ, ਉਹਦੇ ਸੰਬੰਧੀ ਗੱਲ ਅੱਜ ਦੀ। ਕੈਨੇਡਾ ਦੇ ਵਿੱਚ ਫੈਡਰਲ ਬਜਟ ਦੇ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਇੱਕ ਚਿੰਤਾ ਵੀ ਪੈਦਾ ਕਰ ਦਿੱਤੀ ਹੈ, ਅਤੇ ਇੱਕ ਜਿਹੜੀ ਆਸ ਦੀ ਕਿਰਨ ਵੀ ਦਿਸ ਰਹੀ ਹੈ। ਬਜਟ ਦੇ ਵਿੱਚ ਮੁੱਖ ਗੱਲ ਹਾਊਸਿੰਗ ਮਾਰਕੀਟ ਦੇ ਉੱਤੇ ਆ। ਕੈਨੇਡਾ ਦੇ ਵਿੱਚ ਹਾਊਸਿੰਗ ਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹਦੇ ਨਾਲ ਕਿਹਨਾਂ ਲੋਕਾਂ ਦੇ ਉੱਤੇ ਅਸਰ ਪਊਗਾ। ਜਿਹੜੇ ਪਹਿਲੀ ਵਾਰ ਘਰ ਲੈ ਰਹੇ ਆ ਉਹਨਾਂ ਨੂੰ ਜ਼ਿਆਦਾ ਔਖਿਆਈ ਹੋ ਜਾਊਗੀ, ਜਾਂ ਜਿਹੜੇ ਇਨਵੈਸਟਰ ਆ ਵੀ 8-8 10-10 ਘਰ ਉਹਨਾਂ ਨੇ ਇਨਵੈਸਟਮੈਂਟ ਦੇ ਲਈ ਲੈ ਕੇ ਰੱਖੇ ਆ, ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ। ਅਤੇ ਜਿਹੜਾ ਫੋਰਨ ਬਾਇਰ ਆ ਉਹਦੇ ਉੱਤੇ ਪਹਿਲਾਂ ਵੀ ਕਈ ਪਾਬੰਦੀਆਂ ਲਾਈਆਂ ਗਈਆਂ ਸੀ, ਉਹਦੇ ਨਾਲ ਜੇ ਅਸਰ ਨਹੀਂ ਹੋਇਆ ਹੁਣ ਤੱਕ, ਤਾਂ ਜਿਹੜਾ ਹੁਣ ਫੋਰਨ ਬਾਇਰ ਨੂੰ ਬੰਦ ਕੀਤਾ ਗਿਆ, ਇਹਦੇ ਵਿੱਚ ਰੋਕਣ ਦੇ ਯਤਨ ਕੀਤੇ ਜਾ ਰਹੇ ਆ, ਅਤੇ ਫਲਿੱਪਿੰਗ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਕਿ ਤੁਸੀਂ ਅੱਜ ਘਰ ਲੈ ਰਹੇ ਅਤੇ 6 ਮਹੀਨਿਆਂ ਦੇ ਬਾਅਦ ਤੁਸੀਂ ਵੇਚ ਕੇ ਫਿਰ ਦੂਜੀ ਇਨਵੈਸਟਮੈਂਟ ਕਰ ਲਈ। ਇਹ ਹੈ ਕੀ ਆ ਔਰ ਕਿੰਨਾ ਕੁ ਮਾਰਕੀਟ ਦੇ ਉੱਤੇ ਅਸਰ ਪਊਗਾ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਜੀ ਦੇ ਕੋਲ ਅਸੀਂ ਆਏ ਹਾਂ ਗੱਲਬਾਤ ਕਰਨ ਲਈ। ਧਾਲੀਵਾਲ ਸਾਹਿਬ, ਕੰਟਰੋਲ ਕੀਤਾ ਜਾ ਸਕਦਾ ਇਸ ਮਾਰਕੀਟ ਨੂੰ, ਜਾਂ ਯਤਨ ਕੀ ਹੈ ਜੀ? ਦੇਖੋ, ਯਤਨ ਪੂਰੇ ਆ, ਕਿਉਂਕਿ ਅੱਜ ਜੇ ਦੇਖਿਆ ਜਾਵੇ ਜਿਹੜੀ ਅਫੋਰਡੇਬਿਲਟੀ ਹੈਗਾ, ਇਹ ਇੱਕ ਸਿੰਗਲ ਮੋਸਟ ਇਸ਼ੂ ਜਿਹੜਾ ਇਹ ਉੱਭਰ ਕੇ ਸਾਹਮਣੇ ਆਇਆ। ਔਰ ਤੁਸੀਂ ਇਹ ਟੌਪਿਕ ਵੀ ਬਿਲਕੁਲ ਸਹੀ ਪਿਕ ਕੀਤਾ, ਕਿਉਂਕਿ ਇਹ ਆਮ ਸਧਾਰਨ ਇਨਸਾਨ ਜਿਹੜਾ ਹੈਗਾ, ਔਰ ਤੁਹਾਡਾ ਜਿਹੜਾ ਚੈਨਲ ਪੰਜਾਬੀ ਦਾ ਵਿਊਅਰ, ਉਹਨਾਂ ਨੂੰ ਇਹ ਇਫੈਕਟ ਕਰਦਾ ਹੈਗਾ। ਉਹਦੇ ਵਿੱਚ ਜਿਹੜੀ ਗੌਰਮੈਂਟ ਜਿਹੜੀ ਆ, ਇਹਦੀ ਸਾਡੀ ਕਮਿਟਮੈਂਟ ਹੈਗੀ ਆ ਕਿ ਅਸੀਂ $10 ਬਿਲੀਅਨ ਜਿਹੜੇ ਨੇ ਉਹ ਇਨਵੈਸਟ ਕਰਨੇ ਓਵਰ ਦ ਨੈਕਸਟ 5 years ਜਿਹੜੇ ਹਾਊਸਿੰਗ ਦੇ ਵਿੱਚ। ਉਹਦੇ ਵਿੱਚੋਂ ਤਕਰੀਬਨ ਜਿਹੜੇ $4 ਬਿਲੀਅਨ ਨੇ ਅਸੀਂ ਉਹ ਇਨਵੈਸਟ ਕਰ ਰਹੇ ਹਾਂ ਕਿ ਜਿਹੜਾ ਐਸਕਲੇਟਰ ਫੰਡ ਹੈਗਾ ਉਹ ਸਿਟੀਜ਼ ਨੂੰ ਦਿੱਤਾ ਜਾਵੇ, ਤਾਂ ਕਿ ਸਿਟੀ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ, ਹੁਣ ਇਸ ਵੇਲੇ ਕਈ ਸਿਟੀ ਦੇ ਵਿੱਚ ਸਾਲ ਡੇਢ 2 ਸਾਲ ਪਰਮਿਟਸ ਨੂੰ ਲੱਗ ਰਹੇ ਆ, ਤਾਂ ਉਹ ਜਿੰਨਾ ਟਾਈਮ ਲੱਗ ਰਿਹਾ ਉਹਦਾ ਅਸਲੀ ਅਸਰ ਤਾਂ ਜਿਹੜਾ ਹੈਗਾ ਉਹ ਐਂਡ ਯੂਜ਼ਰ ਜਿਹੜਾ ਬਾਇਰ ਆ ਉਹ 'ਤੇ ਪੈ ਰਿਹਾ। ਸੋ ਜੇ ਅਸੀਂ ਉਹਨੂੰ ਫਾਸਟ ਕਰ ਦਿਆਂਗੇ, ਨੰਬਰ ਆਫ ਯੂਨਿਟ ਜਿਹੜੇ ਨੇ ਉਹ ਜ਼ਿਆਦਾ ਆਉਣਗੇ, ਸੋ ਜਿਹੜੀ ਆ ਸਪਲਾਈ ਹੋ ਜੂਗੀ ਡਿਮਾਂਡ ਦੇ ਹਿਸਾਬ ਨਾਲ, ਤਾਂ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਨੂੰ ਸੋਚਿਆ ਜਾ ਰਿਹਾ ਕਿ ਠੱਲ ਪੈ ਸਕਦੀ ਆ। ਔਰ ਦੂਸਰਾ ਇੱਕ ਰੈਪਿਡ ਹਾਊਸਿੰਗ ਜਿਹੜੀ ਅਸੀਂ ਪਿੱਛੇ ਲੈ ਕੇ ਆਏ ਸਕੀਮ, ਉਹ ਬਹੁਤ ਵਧੀਆ ਚੱਲ ਰਹੀ। ਉਹ ਸਿਟੀਜ਼ ਨੇ, ਹੁਣ ਸਿਟੀ ਆਫ ਸਰੀ ਨੂੰ ਵੀ ਆਪਾਂ 2 ਵਾਰ ਪੈਸੇ ਦੇ ਚੁੱਕੇ ਹਾਂ, ਰਾਈਟ। ਉਹ ਜਿਹੜੇ ਨੇ ਇੱਕਦਮ ਜਿਹੜਾ ਵਾ ਉਹਦੇ ਵਿੱਚ ਕੋਈ ਰੈਡ ਟੇਪ ਨਹੀਂ ਗੀ,
ਸਿਟੀ ਮੇਅਰ ਤੇ ਕਾਉਂਸਲ ਨਾਲ ਗੱਲ ਕੀਤੀ, ਪੈਸੇ ਸਿਟੀ ਕੋ ਗਏ, ਸਿਟੀ ਨੇ ਜਿਹੜੀ ਉਹ ਕੰਸਟਰਕਸ਼ਨ ਸ਼ੁਰੂ ਕਰਤੀ, ਉਹ ਰੈਪਿਡ ਹਾਊਸਿੰਗ ਹੋ ਗਿਆ। ਇੱਕ ਹੈਗਾ ਜਿਹੜਾ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਲਈ ਹੋਮ ਟੈਕਸ ਸ਼ੈਲਟਰ ਜਿਹੜੀ ਇੱਕ ਕ੍ਰੀਏਟ ਕੀਤੀ ਆ ਵੀ 40,000 ਤੱਕ ਜਿਹੜਾ ਹੈਗਾ ਵਾ ਜਿਹੜੇ ਅੰਡਰ 40 ਹੈਗੇ ਨੇ ਉਹ ਜੇ ਆਪਣਾ ਹਾਊਸ ਬਾਏ ਕਰਨਾ ਚਾਹੁੰਦੇ ਪਹਿਲਾਂ ਤਾਂ ਉਹ ਉਸ ਦੇ ਵਿੱਚੋਂ 40,000 ਜਿਹੜਾ ਟੈਕਸ ਫ੍ਰੀ ਕੱਢ ਸਕਦੇ, ਉਹਨਾਂ ਨੂੰ ਉਹ ਟੈਕਸ ਜਿਹੜਾ ਉਹ ਦੇਣਾ ਨਹੀਂ ਪਊ। ਅਤੇ ਉਹ ਇਹ ਵੀ ਨਹੀਂ ਵੀ ਕਿ ਵੀ ਉਹਦੀ ਦਰ ਹੋਊਗੀ ਵੀ ਕੱਲ੍ਹ ਨੂੰ 1 ਸਾਲ ਨੂੰ ਵਾਪਸ 40,000 ਦੇਣਾ, ਉਹਦਾ ਉਹ ਨਹੀਂ ਹੈਗਾ। ਸੋ ਉਹ ਹੋ ਗਿਆ। ਉਸ ਤੋਂ ਬਿਨਾਂ ਜਿਹੜਾ ਹੈਗਾ ਜਿਹੜੀ CHMC ਦੇ ਥਰੂ ਹੈਗਾ ਉਹ ਅਸੀਂ ਡਬਲ ਕਰ ਦਿੱਤੀ ਹੈ ਜਿਹੜੀ ਗ੍ਰਾਂਟ ਹੈਗੀ ਆ। ਸੋ ਇਹੋ ਜਿਹੇ ਸਟੈਪ ਜਿਹੜੇ ਆ ਉਹ ਲੈ ਗਏ ਆ। ਔਰ ਦੂਸਰਾ ਜਿਹੜਾ ਮੇਜਰ ਇਸ਼ੂ ਤੁਸੀਂ ਇੱਕ ਹੋਰ ਰੇਜ਼ ਕੀਤਾ ਵੀ ਫਸਟ ਟਾਈਮ ਜਿਹੜੇ ਫੋਰਨ ਬਾਇਰਸ ਹੈਗਾ, ਕਿਉਂਕਿ ਇਹ ਆਮ ਜਦੋਂ ਆਪਾਂ ਦੇਖਦੇ ਹੈਗੇ ਆ ਤਾਂ ਇਹ ਲੱਗਦਾ ਸੀਗਾ ਕਿ ਜਿਹੜੇ ਫੋਰਨ ਬਾਇਰ ਹੈਗਾ ਉਹ ਜਦੋਂ ਮਾਰਕੀਟ ਦੇ ਵਿੱਚ ਆ ਕੇ ਪੈਸੇ ਸਿੱਟ ਰਿਹਾ ਤਾਂ ਜਿਹੜੇ ਲੋਕਲ ਸਾਡੇ ਬਾਇਰ ਨੇ ਇੱਥੋਂ ਜਿਹੜੇ ਉਹ ਉਹਨਾਂ ਨੂੰ ਕੰਪੀਟ ਕਰਨਾ ਔਖਾ। ਉਹਦੇ ਲਈ ਅਸੀਂ ਕੀ ਕੀਤਾ ਕਿ 2 ਸਾਲ ਲਈ ਟੋਟਲੀ ਜਿਹੜਾ ਹੈਗਾ ਫੋਰਨ ਜਿਹੜਾ ਬਾਇਰ ਹੈਗਾ, ਪਹਿਲਾਂ ਇਹ ਸੀ ਵੀ ਉਹਨਾਂ 'ਤੇ ਟੈਕਸ ਲਾਇਆ ਜਾਂਦਾ ਸੀ ਵੀ 20 ਲਾਤਾ 15 ਲਾਤਾ ਪ੍ਰੋਵਿੰਸ਼ੀਅਲ ਗੌਰਮੈਂਟ ਨੇ, ਹੁਣ ਹੈਗਾ ਕਿ 2 ਸਾਲ ਲਈ ਉਹ ਬਿਲਕੁਲ ਹੀ ਜਿਹੜਾ ਹੈਗਾ ਉਹ ਬਾਏ ਨਹੀਂ ਕਰ ਪਾਊਗਾ। ਸੋ ਉਹ ਜਿਹੜਾ ਦੇਖਦੇ ਹੈਗੇ ਆ। ਉਸ ਤੋਂ ਬਾਅਦ ਹੈਗਾ ਤੁਸੀਂ ਫਲਿੱਪਿੰਗ ਦੀ ਗੱਲ ਕੀਤੀ, ਜੇ ਫਲਿੱਪਿੰਗ ਵੀ ਕੋਈ ਕਰਦਾ ਹੈਗਾ ਤਾਂ ਉਹ ਜਿਹੜੀ ਫਲਿੱਪਿੰਗ ਕਰੂਗਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਦੇ 'ਤੇ ਉਹ HST GST ਜਿਹੜਾ ਟੈਕਸ ਹੈਗਾ ਉਹ ਵੀ ਜਿਹੜਾ ਵਾ ਉਹ ਦੇਣਾ ਪਊ। ਡਜ਼ਨਟ ਮੈਟਰ ਉਹ ਨਵੀਂ ਕੰਸਟਰਕਸ਼ਨ ਆ ਚਾਹੇ ਉਹ ਪੁਰਾਣੀ ਕੰਸਟਰਕਸ਼ਨ, ਤਾਂ ਕਿ ਉਹਨੂੰ ਉਹ ਰੋਕਿਆ ਜਾ ਸਕੇ। ਤਾਂ ਕਿ ਔਰ ਇਹ ਹੈਗਾ ਕਿ ਜੇ ਸਾਲ ਦੇ ਵਿੱਚ ਵੀ ਕੋਈ ਜਿਹੜਾ ਵੇਚਦਾ ਤਾਂ ਉਹਨੂੰ ਜਿਹੜਾ ਹੈਗਾ ਉਹ ਜਿਹੜਾ ਉਸ ਦੇ ਉੱਤੇ ਉਹਨਾਂ ਨੂੰ ਟੈਕਸ ਜਿਹੜਾ ਹੈਗਾ ਵਾ ਉਹ ਬਿਜ਼ਨਸ ਟੈਕਸ ਉਹ ਉਸ ਤਰ੍ਹਾਂ ਨਾਲ ਦੇਣਾ ਪਊ। ਸੋ ਇਹ ਕੁਛ ਸਟੈਪ ਜਿਹੜੇ ਨੇ ਉਹ ਗੌਰਮੈਂਟ ਨੇ ਲਏ ਆ ਔਰ ਇਹਦੇ ਵਿੱਚੋਂ ਮੈਨੂੰ ਭਰਮਾ ਹੁੰਗਾਰਾ ਪੋਜ਼ੀਟਿਵ ਵੀ ਮਿਲ ਰਿਹਾ। ਇਨਫੈਕਟ ਕਈ ਅਸੀਂ ਇਨਪੁਟ ਵੀ ਲਈ ਸੀਗੀ ਲੋਕਾਂ ਦੀ, ਉਹਨਾਂ ਨੂੰ ਜਿਹੜੀ ਇਨਪੁਟ ਸੀਗੀ ਵਾਪਸ ਜਦੋਂ ਅਸੀਂ ਉਹ ਦਿੱਤੀ ਉਸ ਵੇਲੇ ਫਾਈਨੈਂਸ ਮਿਨਿਸਟਰ ਨੂੰ, ਉਹਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਇੰਪਲੀਮੈਂਟ ਵੀ ਹੋਈਆਂ। ਔਰ ਸਵੇਰੇ ਅੱਜ ਮੈਨੂੰ ਮੈਸੇਜ ਜਿਹੜੇ ਨੇ ਹਾਊਸਿੰਗ ਦੇ ਉੱਤੇ ਜਿਹੜੇ ਨੇ ਉਹ ਆ ਰਹੇ ਆ ਵੀ ਉਹ ਕਈ ਖੁਸ਼ ਵੀ ਨੇ। ਯੰਗ ਪੀਪਲ ਜਿਹੜੇ ਪਰਟੀਕੂਲਰਲੀ ਜੇ ਹੁਣ $40,000 ਤੁਸੀਂ ਟੈਕਸ ਫ੍ਰੀ ਜਿਹੜਾ ਹੈਗਾ ਉਹ ਕੱਢ ਸਕਦੇ ਹੋ। ਹੁਣ ਜਿਹੜੇ ਪ੍ਰੋਫੈਸ਼ਨਲ ਨੇ ਜਾਂ ਯੰਗ ਪੀਪਲ ਨੇ, ਹੁਣ ਜੇ ਉਹਨਾਂ ਦੀ ਟੈਕਸ ਬ੍ਰੈਕਟ 33 ਤੋਂ ਲੈ ਕੇ 50% ਤੱਕ ਹੋਊਗੀ ਤਾਂ ਉਹ ਤਕਰੀਬਨ $20,000 ਜਿਹੜਾ ਹੈਗਾ ਉਹ ਗੌਰਮੈਂਟ ਜਿਹੜੀ ਹੈਗੀ ਆ ਉਹਦੇ ਵਿੱਚ ਉਹਨਾਂ ਦੀ ਸਪੋਰਟ ਕਰ ਰਹੀ ਆ। ਤਲਵਰ ਸਾਹਿਬ, ਬਹੁਤੇ ਲੋਕਾਂ ਦੇ ਲਈ ਨਾ ਹਾਊਸਿੰਗ ਕੂਲ ਡਾਊਨ ਹੋਣ ਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਪਹਿਲੀ ਵਾਰੀ ਘਰ ਲੈ ਰਿਹਾ ਉਹ ਸੌਖਾ ਮਾਰਕੀਟ ਦੇ ਵਿੱਚ ਐਂਟਰ ਹੋ ਜਾਵੇ। ਜਿਹਦੇ ਕੋਲ ਇੱਕ ਘਰ ਹੈਗਾ ਜਾਂ ਇਨਵੈਸਟਮੈਂਟ ਲਈ ਉਹਨੇ ਲਏ, ਉਹ ਇਹਦਾ ਬਹੁਤਾ ਮਸਲਾ ਉਹ ਨਹੀਂ ਆ। ਇਹਦੇ ਲਈ ਕਈ ਯਤਨ ਕੀਤੇ ਸੀ ਪ੍ਰੋਵਿੰਸ਼ੀਅਲ ਸਰਕਾਰ ਨੇ ਵੀ। ਪਹਿਲਾਂ ਜਦੋਂ ਲਿਬਰਲ ਸੀਗੇ ਇੱਥੇ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ 50% ਡਾਊਨ ਪੇਮੈਂਟ ਦੇ ਦਾਂਗੇ ਜਿਹੜਾ, ਪਰ ਉਹ ਪ੍ਰੈਕਟੀਕਲੀ ਹੋਇਆ ਹੀ ਨਹੀਂ, ਕਿਸੇ ਤੋਂ ਲੈ ਹੀ ਨਹੀਂ ਹੋਈ। ਫਿਰ ਇਹ ਤੋਂ ਪਹਿਲੀ ਟਰਮ ਦੇ ਵਿੱਚ ਲਿਬਰਲਸ ਨੇ ਵੀ ਫੈਡਰਲ ਲੈਵਲ ਦੇ ਉੱਤੇ ਕਿਹਾ ਸੀ ਕਿ ਅਸੀਂ ਡਾਊਨ ਪੇਮੈਂਟ ਦੇ ਵਿੱਚ CHMC ਦੇ ਥਰੂ ਮਦਦ ਕਰਾਂਗੇ। ਪ੍ਰੈਕਟੀਕਲੀ ਉਹ ਵੀ ਨਹੀਂ ਗੱਲ ਚੱਲੀ। ਹੁਣ ਮਸਲਾ ਇਹ ਆ ਕਿ ਜਿਹੜਾ ਪਹਿਲੀ ਵਾਰੀ ਘਰ ਲੈ ਰਿਹਾ ਉਹਨੂੰ ਕੁਛ ਮਦਦ ਹੋਊਗੀ ਐਕਚੁਅਲੀ। ਨੈਚੁਰਲੀ ਦੇਖੋ ਹੁਣ ਜਿਹੜਾ $40,000 ਆਪਾਂ ਕਹਿ ਰਹੇ ਨਾ ਵੀ ਜਿਹੜਾ ਹੋਮ ਸੇਵਿੰਗ ਟੈਕਸ ਜਿਹੜਾ ਹੈਗਾ ਉਹ ਕ੍ਰੀਏਟ ਕਰਨੀ ਹੈਗੀ, ਉਹਦੇ ਵਿੱਚ ਜੇ ਹੁਣ $40,000 ਸਪੋਜ਼ ਕਰੋ ਉਹਨਾਂ ਨੇ ਸੇਵ ਕੀਤਾ, ਠੀਕ ਹੈ ਨਾ, ਹੁਣ ਉਹ $40,000 ਜਦੋਂ ਕੱਢ ਲਿਆ ਉਹਦਾ ਇਮੀਡੀਏਟਲੀ ਇਫੈਕਟ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਜੇ 33% ਟੈਕਸ ਬ੍ਰੈਕਟ 'ਚ ਆਉਂਦਾ ਤਾਂ $13,000-14,000 ਜਿਹੜਾ ਗੌਰਮੈਂਟ ਨੇ ਉਹ ਟੈਕਸ ਦੇ ਦੌਰਾਨ, ਜਿਹੜਾ 50% 'ਚ ਆਉਂਦਾ ਹੈਗਾ ਕੋਈ ਪ੍ਰੋਫੈਸ਼ਨਲ ਉਹ ਜਿਹੜਾ ਹੈਗਾ ਉਹ ਤਕਰੀਬਨ 20,000 ਦਾ। ਸੋ ਉਹ ਜਿਹੜਾ ਡਾਇਰੈਕਟ ਫਾਇਦਾ ਹੈਗਾ ਤਾਂ ਕਿ ਉਹਨਾਂ ਕੋਲ ਜਿਹੜਾ ਉਹ 40,000 ਉਹਨਾਂ ਨੇ ਸੇਵ ਕੀਤਾ ਵਾ, ਠੀਕ ਹੈ ਨਾ, ਟੈਕਸ ਫ੍ਰੀ, ਉਹ ਜਿਹੜਾ ਵਾ ਉਹ ਜਦੋਂ ਉਹਦੀ ਪਹਿਲੀ ਲੋੜ ਪੈਣੀ ਆ ਕਿਸ਼ਤ ਦੀ ਤਾਂ ਉਹ $40,000 ਜਿਹੜਾ ਵਾ ਐਜ਼ ਏ ਡਾਊਨ ਪੇਮੈਂਟ ਦੇ ਸਕਦਾ। ਸੋ ਇਹ ਇੱਕ ਜਿਹੜਾ ਪੋਜ਼ੀਟਿਵ ਸਟੈਪ ਆ। ਔਰ ਦੂਸਰਾ ਇਹ ਹੈਗਾ ਕਿ ਹੁਣ ਉਹਨਾਂ ਨੂੰ ਫੋਰਨ ਬਾਇਰ ਦੇ ਨਾਲ ਕੰਪੀਟ ਨਹੀਂ ਕਰਨਾ ਪਊ, ਕਿਉਂਕਿ ਜਦੋਂ 2 ਸਾਲ ਦੇ ਲਈ ਬਿਲਕੁਲ ਹੀ ਬੰਦ ਕਰ ਦਿੱਤਾ, ਫੋਰਨ ਇੰਪਲੋਇਰ ਜਿਹੜਾ ਵਾ ਉਹ ਫੋਰਨ ਬਾਇਰ ਆ ਜਿਹੜਾ ਉਹ ਬਿਲਕੁਲ ਆ ਕੇ ਖਰੀਦ ਨਹੀਂ ਸਕਦਾ। ਸੋ ਇੱਕ ਤਾਂ ਉਹ ਵੀ ਫਾਇਦਾ ਜਿਹੜਾ ਫਸਟ ਟਾਈਮ ਹੋਮ ਬਾਇਰ। ਤਲਵਰ ਸਾਹਿਬ, ਮੰਨ ਲਓ ਆਪਾਂ ਸਰੀ ਦੇ ਵਿੱਚ ਆ, ਇੱਥੇ ਫੋਰਨ ਬਾਇਰ ਨਹੀਂ ਆ, ਇੱਥੇ ਉਨੀ ਜ਼ਿਆਦਾ ਸਾਰੇ ਬਿਡ ਆਪਣੇ ਹੀ ਕਰ ਰਹੇ ਆ, ਆਪਣੀਆਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ, ਇੱਥੇ ਪ੍ਰੈਕਟੀਕਲੀ ਅਸਰ ਪਊਗਾ? ਦੇਖੋ ਪ੍ਰੈਕਟੀਕਲ ਅਸਰ ਸਰੀ ਦੇ ਵਿੱਚ ਤਾਂ ਲਾਜ਼ਮੀ, ਕਿਉਂਕਿ ਸਰੀ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਸ ਵੇਲੇ ਜਿਹੜੀ ਫਾਸਟੈਸਟ ਗਰੋਇੰਗ ਪਾਪੂਲੇਸ਼ਨ ਜਿਹੜੀ ਆ ਉਹ ਸਰੀ ਦੀ ਆ। 1500 ਤਕਰੀਬਨ ਵਿਅਕਤੀ ਮੂਵ ਹੋ ਰਹੇ ਆ। ਹੁਣ ਉਹਦੇ ਲਈ ਜੇ 1500 ਵਿਅਕਤੀ ਮੂਵ ਹੋ ਰਹੇ ਆ ਤਾਂ ਉਹਦੇ ਲਈ ਤਕਰੀਬਨ 400 ਪਰਮਿਟ ਚਾਹੀਦਾ ਸਾਨੂੰ ਮਹੀਨੇ ਦਾ, ਠੀਕ ਹੈ ਨਾ। ਅਤੇ ਜੇ ਸਾਲ ਦਾ ਲਾਈਏ ਤਾਂ 12 ਚੌਕ 48, 5,000 ਜਿਹੜੇ ਨਵੇਂ ਪਰਮਿਟ ਚਾਹੀਦੇ, ਬਾਕੀ ਜਿਹੜੇ ਲੋਕਲੀ ਢਾਹ ਕੇ ਬਣਾਉਂਦਾ ਜਾਂ ਕੋਈ ਹੋਰ ਆ ਉਹ ਅੱਡ ਆ। ਸੋ ਜੇ ਉਹ 5,000 ਪਰਮਿਟ ਉਹਨੂੰ ਅਸੀਂ ਫਾਸਟ ਟਰੈਕ ਕਰਨ ਲਈ ਜਿਹੜੇ $4 ਬਿਲੀਅਨ ਇਨਵੈਸਟ ਕਰ ਰਹੇ ਹਾਂ, ਵੀ ਸਿਟੀਜ਼ ਨੂੰ ਕਿਹਾ ਵੀ ਤੁਸੀਂ ਹੋਰ ਆਪਣੇ ਇੰਸਪੈਕਟਰ ਹਾਇਰ ਕਰੋ, ਪਲਾਨ ਚੈੱਕਰ ਹਾਇਰ ਕਰੋ ਤਾਂ ਕਿ ਤੁਸੀਂ ਆਪਣੀ ਪ੍ਰੋਸੈਸ ਨੂੰ ਫਾਸਟ ਕਰੋ। ਜਦੋਂ ਪ੍ਰੋਸੈਸ ਫਾਸਟ ਹੋ ਗਈ ਫਿਰ ਜਿਹੜੀ ਡਿਮਾਂਡ ਆ
ਉਹਦੇ ਹਿਸਾਬ ਨਾਲ ਸਪਲਾਈ ਵੀ ਤਾਂ ਵੱਧ ਜਾਏਗੀ ਨਾ। ਇਹਦੇ 'ਚ ਜਿਹੜਾ ਸਿਟੀ ਦਾ ਰੈੱਡ ਟੇਪਿਜ਼ਮ ਆ ਉਹਦੇ ਤੋਂ ਛੁਟਕਾਰਾ ਮਿਲ ਜੂਗਾ, ਉਹ ਕਰ ਦੇਣਗੇ ਇੱਦਾਂ? ਦੇਖੋ ਅਸੀਂ ਤਾਂ ਜਿਹੜੇ ਰਿਸੋਰਸਿਸ ਪ੍ਰੋਵਾਈਡ ਕਰ ਸਕਦੇ ਹਾਂ ਸਿਟੀਜ਼ ਨੂੰ, ਔਰ ਸਿਟੀ ਜਿਹੜੇ ਆ ਉਹਨਾਂ ਨੂੰ ਚਾਹੀਦਾ ਕਿ ਉਹ ਇਸ 'ਤੇ ਐਕਸ਼ਨ ਲੈਣ, ਕਿਉਂਕਿ ਇੱਕ ਵੱਡੀ ਜਿਹੜੀ ਰਕਮ ਆ, ਇਹ ਪਹਿਲੀ ਵਾਰ ਹੋਇਆ ਕਿ ਅਸੀਂ ਜਿਹੜੀ ਸਿਟੀਜ਼ ਨੂੰ ਪਹਿਲਾਂ ਵੀ ਬਹੁਤ ਦਿੱਤੇ ਆ, ਜਿਹਦੇ ਫਿਊਲ ਟੈਕਸ ਕ੍ਰੈਡਿਟਸ, GST ਕ੍ਰੈਡਿਟਸ, ਹਮੇਸ਼ਾ ਲਿਬਰਲ ਗਵਰਨਮੈਂਟ ਜਿਹੜੀ ਆ ਉਹ ਸਿਟੀਜ਼ ਨੂੰ ਕਰਦੀ ਹੈ। ਰੈਪਿਡ ਹਾਊਸਿੰਗ ਲਾਓ, ਹੁਣੇ ਹਜੇ 26 ਮਿਲੀਅਨ ਮੇਰੇ ਖਿਆਲ ਇੱਕ ਦਿੱਤਾ, ਬਾਕੀ 14-15 ਮਿਲੀਅਨ ਫਿਰ ਦੁਬਾਰਾ ਇੱਕ ਹੋਰ ਮਿਲਿਆ ਜਿਹੜਾ ਸਰੀ ਨੂੰ। ਤਕਰੀਬਨ ਉਹ 2 ਵਾਰ ਜਿਹੜੇ ਪੈਸੇ ਆਏ ਆ ਉਹ ਇਹੀ ਸੀਗਾ ਵੀ ਇੱਕਦਮ ਜਿਹੜੇ ਨੇ, ਚਾਹੇ ਉਹ ਥੋੜ੍ਹੇ ਹੀ ਘਰ ਕ੍ਰੀਏਟ ਹੁੰਦੇ ਪਰ ਹੁੰਦੇ ਤਾਂ ਹੈ ਨਾ, ਥੋੜ੍ਹੀ ਹੈਲਪ ਕਰਕੇ ਹੀ ਵੱਡੀ ਬਣਦੀ ਹੈ ਨਾ। ਸੋ ਸਾਡੇ ਵੱਲੋਂ ਜਿਹੜਾ ਹੈਗਾ ਇਹ ਇਨਸੈਂਟਿਵ ਸਿਟੀਜ਼ ਨੂੰ ਦਿੱਤਾ। ਹੁਣ ਪੂਰੀ ਆਸ ਆ ਕਿ ਮੇਅਰ ਐਂਡ ਕਾਊਂਸਲ ਜਿਹੜੀ ਆ ਉਹ ਇਸ 'ਤੇ ਜਿਹੜਾ ਵਾ ਇਹਦਾ ਫਾਇਦਾ ਜਿਹੜਾ ਵਾ ਉਹ ਆਉਣ ਵਾਲੇ ਸਮੇਂ 'ਚ ਲਊਗੀ, ਕਿਉਂਕਿ ਪਿੱਛੇ ਵੀ ਜੇ ਦੇਖਿਆ ਜਾਵੇ ਜਦੋਂ ਲੋੜ ਪਈ ਆ, ਹੁਣ ਅੱਜ ਆਪਾਂ ਸਕਾਈ ਟ੍ਰੇਨ ਦੀ ਗੱਲ ਕਰਦੇ ਹਾਂ, ਉਹ 'ਚ ਜਿਹੜੀ ਇਨਵੈਸਟਮੈਂਟ ਆ ਉਹ ਤਾਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟ ਦੀ ਸੀ, ਪਰ ਉਹ ਸਿਟੀ ਨੇ ਜਿਹੜੀ ਸੀਗੀ ਉਹ ਵੇਲ ਕਰ ਲਈ, ਅਸੀਂ ਉਹਨਾਂ ਨੂੰ ਦੇ ਦਿੱਤੇ, ਠੀਕ ਹੈ ਨਹੀਂ। ਸੋ ਇਹੋ ਜਿਹੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹੈਗੇ ਆ ਤਾਂ ਸਾਨੂੰ ਸਰੀ ਦੇ ਵਿੱਚ ਕਰਨਾ, ਔਰ ਸਰੀ ਦੇ ਵਿੱਚ ਹੋਰ ਲਾ ਲਓ ਹੁਣ ਆਪਾਂ ਜਿਹੜੇ ਬਿਜ਼ਨਸ, ਹੁਣ ਆਪਣਾ ਪੈਸੀਫਿਕ ਜਿਹੜੀ ਸਾਡੀ ਡਾਇਵਰਸੀਫਿਕੇਸ਼ਨ ਦੀ ਏਜੰਸੀ ਹੈਗੀ ਆ, ਉਹ ਇੱਥੇ ਲੈ ਕੇ ਆਉਂਦੀ ਸੂਬੇ ਦੇ ਵਿੱਚ, ਠੀਕ ਹੈ ਨਾ, ਸਰੀ 'ਚ ਹੈਗਾ। ਉਹਦੇ ਨਾਲ ਜਿਹੜੇ ਸਮਾਲ ਬਿਜ਼ਨਸ, ਜਿਹੜੇ ਨਵੇਂ ਬਿਜ਼ਨਸ ਆ, ਇਨੋਵੇਸ਼ਨ ਆ, ਰਿਸਰਚ ਆ, ਉਹਨੂੰ ਬੜਾ ਵੱਡਾ ਹੁੰਗਾਰਾ ਮਿਲਣਾ। ਸੋ ਜਦੋਂ ਇਹ ਚੀਜ਼ਾਂ ਸਾਰੀਆਂ ਕਰਦੇ ਆ, ਉਹਦੇ ਨਾਲ ਵੀ ਅਫੋਰਡੇਬਿਲਟੀ 'ਤੇ ਅਸਰ ਪੈਂਦਾ। ਫਿਰ ਚਾਈਲਡ ਕੇਅਰ ਦੀ ਪਾਲਿਸੀ ਲੈ ਕੇ ਆਏ, ਉਹ ਇਨਡਾਇਰੈਕਟਲੀ ਤਾਂ ਹੈਲਪ ਕਰਦੀ ਹੈ ਨਾ। ਹੁਣ ਜਦੋਂ $10 ਡੇ ਕੇਅਰ ਜਿਹੜੀ ਆਪਾਂ ਪਾਲਿਸੀ ਲੈ ਕੇ ਆਂਦੀ, ਉਹਦੇ ਨਾਲ ਇੱਕ ਜਿਹੜੀ ਵਰਕਿੰਗ ਫੀਮੇਲ ਹੈਗੀ ਉਹ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਜੇ ਜਾਊਗੀ, ਉਹ ਛੱਡ ਕੇ ਜਾ ਕੇ ਉਹ ਕੰਮ ਕਰੂ, ਸੋ ਫੈਮਿਲੀ ਦੀ ਇਨਕਮ ਵੀ ਵਧੀ, ਸੋ ਉਹਦੇ ਨਾਲ ਜਿਹੜੀ ਅਫੋਰਡੇਬਿਲਟੀ ਹੈ ਘਰ ਦੀ ਉਹ ਵੀ ਵੱਧ ਗਈ। ਸੋ ਹਰ ਪਾਸਿਓਂ ਅਸੀਂ ਯਤਨ ਕਰ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਆਮ ਸਧਾਰਨ ਲੋਕ ਨੇ ਉਹਨਾਂ ਦੀ ਮਦਦ ਕਰੀਏ ਤਾਂ ਕਿ ਉਹ ਆਪਣਾ ਘਰ ਲੈਂਦੇ ਹੋ ਜਾਣ। ਆਖਰੀ ਸਵਾਲ ਤੁਹਾਡਾ ਸਾਹਿਬ, GTA ਤੇ ਵੈਨਕੂਵਰ, ਇੱਥੇ ਇਹ 2 ਇਲਾਕੇ ਇਹੋ ਜਿਹੇ ਆ, ਇਹਨਾਂ 'ਤੇ ਕਈ ਵਾਰੀ ਇਹ ਸਾਰੇ ਫਾਰਮੂਲੇ ਚੱਲਦੇ ਨਹੀਂ ਜਿਹੜੇ ਬਾਕੀ ਕੈਨੇਡਾ ਦੇ ਉੱਤੇ ਲਾਏ ਜਾਂਦੇ ਆ ਹਾਊਸਿੰਗ ਨੂੰ ਕੰਟਰੋਲ ਕਰਨ ਦੇ ਲਈ। ਇਹਨਾਂ ਦੋਵਾਂ ਥਾਵਾਂ ਦੇ ਲਈ ਕੁਝ ਖਾਸ ਹੋ ਸਕਦਾ ਵੀ ਇੱਥੇ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹ ਮਾਰਕੀਟ 'ਚ ਐਂਟਰ ਹੋ ਜਾਵੇ? ਦੇਖੋ ਪਿਛਲੀ ਵਾਰ ਇਹ ਕੀਤਾ ਸੀ, ਬਿਲਕੁਲ ਜਸਕਰਨ ਜੀ ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਪਹਿਲਾਂ ਪਿਛਲੀ ਵਾਰ ਕੀ ਕੀਤਾ ਸੀ ਵੀ ਜੇ ਫਸਟ ਟਾਈਮ ਹੋਮ ਬਾਇਰ ਆ ਉਹਦੀ ਆਪਾਂ ਦਰ ਮੇਰੇ ਖਿਆਲ 4,80,000 ਰੱਖੀ ਸੀਗੀ, ਠੀਕ ਹੈ ਨਾ। ਉਹ ਦੇਖਿਆ ਵੀ 4,80,000 ਨੂੰ ਤਾਂ ਹੁਣ ਲੋਅਰ ਮੇਨਲੈਂਡ 'ਚ ਆਉਂਦਾ ਹੀ ਕੁਛ ਨਹੀਂ, ਫਿਰ ਉਸ ਨੂੰ ਵਧਾ ਕੇ ਆਪਾਂ ਉਸ ਵੇਲੇ ਤਕਰੀਬਨ ਟਾਊਨ ਹੋਮ ਦੀ ਕੀਮਤ 7.5 ਲੱਖ ਸੀਗੀ, ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਸੁਜੈਸਟ ਕੀਤਾ ਤਾਂ ਆਪਾਂ ਉਹ ਦਰ ਜਿਹੜੀ ਸੀ ਵਧਾ ਦਿੱਤੀ ਸੀ। ਅਤੇ ਫਿਰ ਵੀ ਅਸੀਂ ਇਹ ਕਹਿੰਦੇ ਹਾਂ ਵੀ ਦੇਖੋ ਦਿਸ ਇਜ਼ ਏ ਔਨਗੋਇੰਗ ਪ੍ਰੋਸੈਸ। ਅੱਗੇ ਵੀ ਅਸੀਂ ਲਿਸਨ ਕੀਤਾ, ਜੇਕਰ ਲੱਗਦਾ ਹੈਗਾ ਜਿਹੜੇ ਹਾਊਸਿੰਗ ਇੰਡਸਟਰੀ ਦੇ ਵਿੱਚ ਐਕਸਪਰਟ ਬੈਠੇ ਹੈਗੇ ਉਹਨਾਂ ਨੂੰ ਲੱਗਦਾ ਵੀ ਕੋਈ ਹੋਰ ਜਿਹੜੀ ਬਿਹਤਰ ਪਾਲਿਸੀ ਜਿਹੜੀ ਆ ਜਾਂ ਇਹੀ ਪਾਲਿਸੀ ਜਿਹੜੀ ਲੈ ਕੇ ਆਂਦੀ ਉਹਨੂੰ ਅਸੀਂ ਕਿਸ ਤਰੀਕੇ ਨਾਲ ਜਲਦੀ ਤੋਂ ਜਲਦੀ ਇੰਪਲੀਮੈਂਟ ਕਰ ਸਕਦੇ ਹਾਂ ਤਾਂ ਕਿ ਉਹਦਾ ਜਿਹੜਾ ਡਾਇਰੈਕਟ ਫਾਇਦਾ ਹੈਗਾ ਉਹ ਜਿਹੜਾ ਬਾਇਰ ਹੈਗਾ ਫਸਟ ਟਾਈਮ ਬਾਇਰ ਉਹਨੂੰ ਜਿਹੜਾ ਉਹ ਚਲੇ ਜਾਵੇ। ਪਰ ਮੇਜਰ ਮੈਂ ਤੁਹਾਨੂੰ ਦੱਸਦਾ ਵੀ $4 ਬਿਲੀਅਨ ਜਦੋਂ ਸਿਟੀ 'ਚ ਇਨਵੈਸਟ ਕਰਨੇ ਹੈਗੇ ਆ, ਐਸਕਲੇਟਡ ਫੰਡ, ਉਹ ਜਿਹੜਾ ਇਸ ਵੇਲੇ ਸਿਟੀ ਨੂੰ ਚਾਹੀਦਾ ਕਿ ਉਹ ਹੁਣ ਦੇਖੋ ਸਰੀ ਇਸ ਵੇਲੇ ਸੈਕੰਡ ਬਿਗੇਸਟ ਲਾਰਜੈਸਟ ਮਿਊਨਿਸਪੈਲਿਟੀ ਹੈਗੀ ਆ, ਔਰ ਇੱਥੇ ਜਿਹੜੀ ਕੰਸਟਰਕਸ਼ਨ ਆ ਉਹ ਮਾਰੋ ਮਾਰ ਚੱਲ ਰਹੀ ਆ। ਉਹਦੇ ਵਿੱਚ ਜੇ ਸਿਟੀ ਮੇਅਰ ਐਂਡ ਕਾਊਂਸਲ ਅੱਗੇ ਵੀ ਜਦੋਂ ਵੀ ਆਏ ਆ ਉਹਨਾਂ ਨੂੰ ਫੈਡਰਲ ਗਵਰਨਮੈਂਟ ਨੇ ਹਮੇਸ਼ਾ ਪੈਸੇ ਜਿਹੜੇ ਆ ਇਹਨਾਂ ਨੂੰ ਦਿੱਤੇ ਆ, ਅਤੇ ਹੁਣ ਵੀ ਜਿਹੜੇ ਪੈਸੇ ਮੰਗਣਗੇ ਉਸ ਹਿਸਾਬ ਨਾਲ ਇਹਨਾਂ ਨੂੰ ਦੇਵਾਂਗੇ ਤਾਂ ਕਿ ਉਹ ਪ੍ਰੋਸੈਸ ਫਾਸਟ ਹੋਵੇ, ਨੰਬਰ ਆਫ ਯੂਨਿਟਸ ਵਧਣ। ਜਿਹੜੀ ਆ ਬਾਕੀ ਅਸੀਂ 40,000 ਵਾਲੀ ਗੱਲ ਕੀਤੀ ਹੈਗੀ, ਫਿਰ ਅਸੀਂ ਰੈਂਟਲ ਟੂ ਓਨ ਵਾਲੀ ਪਾਲਿਸੀ ਵੀ ਲੈ ਕੇ ਆ ਰਹੇ ਹਾਂ। ਉਹਦੇ ਵਿੱਚ ਵੀ ਜੇ ਤੁਸੀਂ ਪਹਿਲਾਂ ਰੈਂਟ ਕਰੋ, ਲੀਜ਼ ਕਰੋ, ਫਿਰ ਉੱਥੋਂ ਜਿਹੜਾ ਤੁਸੀਂ ਉਹ ਬਾਇਰ ਜਿਹੜਾ ਹੈਗਾ ਉਹ ਬਣ ਸਕਦੇ ਹੋ। ਫਿਰ ਪਾਰਦਰਸ਼ੀ ਵੀ ਲਿਆਂਦੀ ਆ, ਕਿਉਂਕਿ ਜਦੋਂ ਵੀ ਕਿਸੇ ਨੇ ਘਰ ਖਰੀਦਣਾ ਹੈਗਾ ਉਹਦੇ ਵਿੱਚ ਜਿਹੜਾ ਰਾਈਟਸ ਜਿਹੜੇ ਹੋਮ ਬਾਇਰ ਦੇ ਰਾਈਟਸ ਆ ਉਹ ਲੈਜਿਸਲੇਸ਼ਨ, ਤਾਂ ਕਿ ਉਹਦੇ ਵਿੱਚ ਉਹਨਾਂ ਨੂੰ ਕਲੀਅਰ ਕਰਨਾ ਪਊਗਾ, ਦੱਸਣਾ ਪਊ ਵੀ ਪਿੱਛੇ ਉਹਦੀ ਕੀ ਹਿਸਟਰੀ ਘਰ ਦੀ, ਕੀ ਉਹ 'ਚ ਪ੍ਰੋਬਲਮਾਂ ਨੇ, ਤਾਂ ਕਿ ਉਹਦੇ ਵਿੱਚ ਵੀ ਉਹਨਾਂ ਦੀ ਹੈਲਪ ਹੋਵੇ ਜਦੋਂ ਉਹਨਾਂ ਨੇ ਉਹ ਡਿਸੀਜਨ ਬਣਾਉਣੇ ਹੈਗੇ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਮਿਹਰਬਾਨੀ ਤੁਹਾਡੀ ਵੀ, ਅਤੇ ਧੰਨਵਾਦ ਫਿਰ ਮੇਰੇ ਵੱਲੋਂ ਤੁਹਾਨੂੰ ਔਰ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ। ਅਤੇ ਨਾਲ ਹੀ ਜਿਹੜਾ ਵਾ ਇਹ ਸਿੱਖਾਂ ਦਾ ਜਿਹੜਾ ਹੈਗਾ ਇਹ ਇਤਿਹਾਸਿਕ ਮਹੀਨਾ ਹੈਗਾ, ਹੈਰੀਟੇਜ ਮੰਥ ਹੈਗਾ, ਵਿਰਾਸਤੀ ਮਹੀਨਾ, ਅਤੇ ਮੈਂ ਉਹਦੀ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ। ਦੋਸਤੋ, ਸੁਖ ਧਾਲੀਵਾਲ ਹੋਣਾ ਦੇ ਨਾਲ ਗੱਲਬਾਤ ਕੀਤੀ। ਕਈ ਮਾਮਲੇ ਨੇ ਇਹਦੇ ਵਿੱਚ ਆਉਂਦੇ, ਕੁਝ ਮਾਮਲੇ ਇਹ ਵੀ ਦੱਸਦੇ ਆ ਕਿ ਅਸਲ ਦੇ ਵਿੱਚ ਕਿਸੇ ਫੈਡਰਲ ਪ੍ਰੋਵਿੰਸ਼ੀਅਲ ਸਰਕਾਰ ਦੇ ਹੱਥ ਵਿੱਚ ਹੀ ਨਹੀਂ ਘਰਾਂ ਦੀ ਮਾਰਕੀਟ ਨੂੰ ਕੰਟਰੋਲ ਕਰਨਾ। ਇਹਦੇ ਵਿੱਚ ਫੈਕਟਰ ਹੀ ਇੰਨੇ ਜ਼ਿਆਦਾ ਆ, ਘਰਾਂ ਦੀ ਮਾਰਕੀਟ ਜੇ ਇੱਥੇ ਵੱਧ ਰਹੀ ਆ, ਅਮਰੀਕਾ ਦੇ ਵਿੱਚ ਵੀ ਇਹੀ ਹਾਲ ਆ, ਉੱਥੇ ਕੀ ਕੀਤਾ ਜਾ ਸਕਦਾ। ਪਰ ਜਿਹੜੀ ਮਹੱਤਵਪੂਰਨ ਗੱਲ ਧਾਲੀਵਾਲ ਸਾਹਿਬ ਨੇ ਕਹੀ ਹੈ ਕਿ ਸਿਟੀਜ਼ ਨੂੰ ਹੋਰ ਪਰਮਿਟ ਦੇਣ ਦੇ ਲਈ ਪ੍ਰੈਕਟੀਕਲੀ ਕੀਤਾ ਜਾ ਰਿਹਾ, ਫੰਡਿੰਗ ਦਿੱਤੀ ਜਾ ਰਹੀ ਹੈ, ਹੋਰ ਇੰਸਪੈਕਟਰ ਹਾਇਰ ਕਰਨਗੇ,
ਇਹ ਗੱਲ ਥੋੜ੍ਹੀ ਜਿਹੀ ਲੱਗਦੀ ਹੈ ਇਹਦੇ ਨਾਲ ਕਿ ਜੇਕਰ ਜਿਹੜੀ ਸਪਲਾਈ ਆ ਉਹ ਵੱਧਦੀ ਆ ਤਾਂ ਕੁਦਰਤੀ ਤੌਰ 'ਤੇ ਮਾਰਕੀਟ ਥੋੜ੍ਹੀ ਬਹੁਤੀ ਲੋਕਾਂ ਦੀ ਕਾਬੂ ਦੇ ਵਿੱਚ ਆ ਸਕਦੀ ਹੈ। ਕੈਮਰਾਮੈਨ ਅਮਿਤ ਪਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਘਰਾਂ ਦੀ ਮਾਰਕੀਟ ਨੂੰ ਕੰਟਰੋਲ ਕਰਨ ਦਾ ਫੈਡਰਲ ਸਰਕਾਰ ਦਾ ਯਤਨ, ਤੇ ਉਸ ਯਤਨ ਦੇ ਵਿੱਚੋਂ ਇੱਕ ਗੱਲ ਸਾਹਮਣੇ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਫਲਿੱਪਿੰਗ ਨਹੀਂ ਹੋ ਸਕੂਗੀ। ਫਲਿੱਪਿੰਗ ਕੀ ਹੁੰਦੀ ਆ? ਜਿੰਨੀ ਕੁ ਗੱਲ ਆਪਾਂ ਸਮਝਦੇ ਹਾਂ ਕਿ ਇੱਕ ਘਰ ਲੈ ਕੇ ਉਹਦੇ ਵਿੱਚੋਂ ਮੁਨਾਫਾ ਕੱਢ ਕੇ ਉਸੇ ਵੇਲੇ ਉਹਨੂੰ ਅੱਗੇ ਵੇਚ ਦੇਣਾ, ਅਗਲੇ ਨੇ ਫੇਰ ਉਹਦੇ 'ਚੋਂ ਮੁਨਾਫਾ ਲੈ ਕੇ ਅੱਗੇ ਵੇਚ ਦੇਣਾ, ਜਿਹਦੇ ਨਾਲ ਕਿ ਰੇਟ ਵੱਧਦੇ ਰਹਿੰਦੇ ਆ। ਅਸਲ ਦੇ ਵਿੱਚ ਜਿਹੜੇ ਲੋਕ ਰਹਿਣ ਲਈ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਅਖਿਆਈ ਹੋ ਜਾਂਦੀ ਹੈ, ਅਤੇ ਜਿਨ੍ਹਾਂ ਨੇ ਪੈਸੇ ਵਾਲਿਆਂ ਨੇ ਮੁਨਾਫਾ ਕਮਾਉਣਾ ਹੁੰਦਾ ਉਹ ਵਿੱਚੋਂ ਮੁਨਾਫਾ ਕੱਢ ਜਾਂਦੇ ਆ। ਇਸ ਕਾਨੂੰਨ ਦੇ ਤਹਿਤ ਜਾਂ ਜਿਹੜੀ ਇਹ ਗੱਲਬਾਤ ਪ੍ਰਪੋਜ਼ਲ ਚੱਲ ਰਹੇ ਆ ਇਹਦੇ ਤਹਿਤ ਕੀ ਤੰਗੀ ਹੋਊਗੀ ਕਿ ਆਮ ਬੰਦਾ ਘਰ ਵੇਚ ਨਹੀਂ ਸਕਦਾ ਜੇ ਉਹਨੇ ਲੈ ਲਿਆ, ਜਾਂ ਉਹ ਕੀ ਘਰ ਲੈਣ ਤੋਂ ਕਿੰਨੇ ਚਿਰ ਬਾਅਦ ਅਗਲਾ ਘਰ ਲੈ ਸਕਦਾ? ਇਸ ਮਾਮਲੇ ਸੰਬੰਧੀ ਅਸੀਂ ਗੁਰਤੇਜ ਗਿੱਲ ਹੋਣਾ ਦੇ ਕੋਲ ਆਏ ਹਾਂ ਰਾਇਲ ਲੀ ਪੇਜ ਤੋਂ, ਉਹਨਾਂ ਕੋਲੋਂ ਜਾਣਦੇ ਕਿ ਮਾਮਲਾ ਹੈ ਕੀ। ਗਿੱਲ ਸਾਹਿਬ, ਫਲਿੱਪਿੰਗ ਕਿਹਨੂੰ ਕਹਿੰਦੇ ਪਹਿਲਾਂ ਤਾਂ ਇਹ ਦੱਸਿਓ, ਤੇ ਫਲਿੱਪਿੰਗ ਕਰਦੇ ਕਿੱਦਾਂ ਆ ਜੀ? ਕੀ ਇਹ ਮਾੜੀ ਗੱਲ ਹੁੰਦੀ ਹੈ ਜਾਂ ਗੈਰ ਕਾਨੂੰਨੀ ਹੈ? ਨਹੀਂ ਜੀ ਨਹੀਂ, ਗੈਰ ਕਾਨੂੰਨੀ ਨਹੀਂ। ਪਹਿਲਾਂ ਤਾਂ ਜਸਕਰਨ ਜੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਜੀ ਆਇਆਂ ਨੂੰ, ਤੁਸੀਂ ਸਾਡੇ ਗ੍ਰਹਿ ਵਿਖੇ ਆਏ ਹੋ, ਅਤੇ ਬਹੁਤ ਬਹੁਤ ਧੰਨਵਾਦ ਆ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਇਹ ਸੂਚਨਾ ਹੈ। ਭਾਵੇਂ ਆਪਾਂ ਇਹ ਸੂਚਨਾ ਐਜ਼ ਐਕਸਪਰਟ ਦੇ ਤੌਰ 'ਤੇ ਨਹੀਂ, ਜੋ ਮੈਂ ਇਹ ਅਜ਼ਿਊਮ ਕਰਕੇ ਚੱਲਦਾ ਹੈਗਾ, ਐਜ਼ ਏ ਰੀਅਲ ਐਸਟੇਟ ਪ੍ਰੋਫੈਸ਼ਨਲ ਹੀ ਜਿਹੜਾ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਸਾਂਝੀ ਕਰਾਂਗੇ, ਜਿਹੜੀ ਮੈਂ ਵੀ ਇਨਫੋਰਮੇਸ਼ਨ ਦੇਵਾਂਗਾ, ਨਾਟ ਐਜ਼ ਐਨ ਐਕਸਪਰਟ। ਸੋ ਤੁਹਾਡਾ ਕੁਐਸਚਨ ਸੀ ਕਿ ਗੈਰ ਕਾਨੂੰਨੀ ਗੈਰ ਕਾਨੂੰਨੀ ਨਹੀਂ, ਬਟ ਇਹ ਹੈ ਕਿ ਕਿਉਂਕਿ ਡਿਮਾਂਡ ਐਂਡ ਸਪਲਾਈ 'ਤੇ ਮੁਨਸਰ ਕਰਦੀ ਹੈ ਦੋਨੇ ਚੀਜ਼ਾਂ, ਠੀਕ ਹੈ। ਔਰ ਗੌਰਮੈਂਟ ਦੀ ਇਹ ਡਿਊਟੀ ਹੈ ਕਿ ਉਹ ਡਿਮਾਂਡ ਅਤੇ ਸਪਲਾਈ ਨੂੰ ਦੋਨਾਂ ਧਿਰਾਂ ਨੂੰ ਇਸ ਚੀਜ਼ ਨੂੰ ਕੰਟਰੋਲ ਕਰਕੇ ਰੱਖੇ। ਸੋ ਉਹਦੇ ਲਈ ਗੌਰਮੈਂਟ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਆਪਣੇ ਵੱਲੋਂ ਜਿਹੜੇ ਆ ਉਹ ਇੰਤਜ਼ਾਮ ਕਰਦੀ ਹੈ, ਕੋਸ਼ਿਸ਼ਾਂ ਕਰਦੀ ਹੈਗੀ ਹੈ, ਰੂਲਸ ਐਂਡ ਰੈਗੂਲੇਸ਼ਨ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਆਹ ਹੁਣ ਵਾਲਾ ਜਿਹੜਾ ਬਜਟ ਹੈ ਜਿਹਦੇ 'ਤੇ ਆਪਾਂ ਗੱਲ ਵੀ ਕਰਾਂਗੇ ਕਿ ਇਹਦੇ ਵਿੱਚ ਵੀ ਕੁਛ ਇੱਕ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਹੈਗੀਆਂ, ਜੋ ਮੈਂ ਸਮਝਦਾ ਹਾਂ ਕਿ ਇਸ ਸੰਬੰਧ ਦੇ ਵਿੱਚ ਨੀਤ ਅਤੇ ਨੀਅਤ ਜਿਹੜੀ ਹੈ ਉਹ ਮੈਟਰ ਕਰਦੀਆਂ। ਨੀਤੀ ਅਤੇ ਨੀਅਤ ਨੀਅਤ ਸਰਕਾਰ ਦੀ ਬਹੁਤ ਅੱਛੀ ਹੈਗੀ ਹੈ ਕਿ ਅਫੋਰਡੇਬਿਲਿਟੀ 'ਤੇ ਆਪਾਂ ਜਿਹੜਾ ਕੰਟਰੋਲ ਕਰਨਾ ਹੈ, ਇਹਨੂੰ ਆਪਣਾ ਅੰਡਰ ਕੰਟਰੋਲ ਲੈ ਕੇ ਆਉਣਾ ਹੈਗਾ, ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਕੋਲੇ ਵੀ ਆਪਣਾ ਜਿਹੜਾ ਘਰ ਹੈ ਉਹ ਹੋ ਸਕੇ। ਬਟ ਜਿਹੜੀ ਨੀਤੀ ਹੈ ਮੈਂ ਸਮਝਦਾ ਹਾਂ ਕੁਛ ਹੱਦ ਤੱਕ ਉਹਦੇ 'ਚ ਕੁਛ ਜਾਂ ਤਾਂ ਉਹ ਪੂਰੀ ਨਹੀਂ, ਉਸ ਹੱਦ ਤੱਕ ਨਹੀਂ ਜਿਸ ਹੱਦ ਤੱਕ ਜਿਹੜੀ ਇਹ ਸਮੱਸਿਆ ਵਧੀ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਹੀ ਆਪਾਂ ਜਿਹੜੀ ਉਹ ਗੱਲ ਕਰਾਂਗੇ। ਸੋ ਕਮਿੰਗ ਟੂ ਯੂਅਰ ਪੁਆਇੰਟ ਕਿ ਜਿਹੜੀ ਫਲਿੱਪਿੰਗ ਹੈ ਜਾਂ ਇਹ ਕੋਈ ਇਲੀਗਲ ਨਹੀਂ, ਪ੍ਰੋਵਾਈਡਡ ਕਿ ਇਹਦੇ 'ਚ ਕੋਈ ਲੁਕਿਆ ਕੋਈ ਇਸ ਤਰ੍ਹਾਂ ਦਾ ਨਾ ਹੋਵੇ ਜਿਸ ਤਰ੍ਹਾਂ ਕੋਈ ਬਾਹਰ ਜਾਂ ਸੈਲਰ ਜਾਂ ਵੱਡੇ ਜਿਹੜੇ ਰੀਅਲ ਸਟੇਟ ਦੇ ਪੰਡਤ ਹੈ ਉਹ ਕਈ ਵਾਰ ਕਰ ਲੈਂਦੇ ਆ। ਸੋ ਜੇ ਉਸ ਤਰ੍ਹਾਂ ਦਾ ਕੋਈ ਅੰਸ਼ ਨਹੀਂ ਤਾਂ ਇਹਦੇ ਵਿੱਚ ਨਥਿੰਗ ਇਜ਼ ਇਲੀਗਲ। ਫਲਿੱਪਿੰਗ ਕਹਿੰਦੇ ਕਿਹਨੂੰ ਆ ਜੀ? ਫਲਿੱਪਿੰਗ ਜਸਕਰਨ ਜੀ ਬੇਸਿਕਲੀ ਇਹ ਹੈਗਾ ਕਿ ਮੰਨ ਲਓ ਮੈਂ ਐਗਜ਼ਾਮਪਲ ਤੁਹਾਨੂੰ ਇਹ ਦਿੰਦਾ ਹੈ ਕਿ ਮੈਂ ਅੱਜ ਇੱਕ ਘਰ ਲੈਣ ਵਾਸਤੇ ਆਫਰ ਪਾਈ ਹੈ, ਠੀਕ ਹੈ। ਉਸ ਘਰ ਦਾ ਮੈਂ ਮੰਨ ਲਓ ਕਿ 1 ਮਿਲੀਅਨ ਦੀ ਪਾਈ ਹੈ। ਮੇਰੇ ਦਿਮਾਗ 'ਚ ਇਹ ਆਇਆ ਜਾਂ ਮਾਰਕੀਟ ਦੀ ਸਿਚੁਏਸ਼ਨ ਨੂੰ ਲੈ ਕੇ ਜਾਂ ਤਾਂ ਪ੍ਰੋਪਰਟੀ ਮੈਨੂੰ ਸਸਤੀ ਮਿਲ ਗਈ ਹੈ ਜਾਂ ਇਹ ਮੈਨੂੰ ਪਾਸਿਓਂ ਪਤਾ ਲੱਗਦਾ ਹੈਗਾ ਕਿ ਉਹਦੀ ਵੈਲਿਊ ਜਿਹੜੀ ਆ ਉਹ 1.1 ਜਾਂ 1.2 ਹੈ, ਠੀਕ ਹੈ। ਸੋ ਮੈਂ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦਾ ਬਿਫੋਰ ਆਈ ਕੰਪਲੀਟ, ਕਿਉਂਕਿ ਜਿਹੜਾ ਕਾਂਟਰੈਕਟ ਆਫ ਪਰਚੇਜ ਜਾਂ ਸੇਲ ਹੈ ਇਹਦਾ ਇੱਕ ਪ੍ਰੋਸੈਸ ਹੁੰਦਾ। ਪਹਿਲਾਂ ਮੈਂ ਆਫਰ ਪਾਉਣਾ ਹੈਗਾ, ਆਫਰ ਤੋਂ ਬਾਅਦ ਫਿਰ ਕੰਡੀਸ਼ਨਸ ਉਹਦੇ 'ਤੇ ਹੁੰਦੀਆਂ। ਸਬਜੈਕਟ ਕੰਡੀਸ਼ਨ ਨੂੰ ਆਪਾਂ ਜਦੋਂ ਰਿਮੂਵ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਡਿਪੋਜ਼ਿਟ ਦਿੱਤਾ ਹੁੰਦਾ, ਅਤੇ ਨਾਲ ਫਿਰ ਉਸ ਦੇ ਮਹੀਨਾ, 1.5 ਮਹੀਨਾ, 15 ਦਿਨ ਜਿੰਨਾ ਵੀ ਜੋ ਵੀ ਉਹਦੇ ਵਿੱਚ ਹੁੰਦਾ ਕਿ ਉਹਨੂੰ ਕੰਪਲੀਟ ਕਰਨ ਦੀ ਜਿਹੜੀ ਆ ਉਹ ਲਿਆਇਆ ਹੁੰਦਾ ਹੈ। ਹੁਣ ਕਰਦੇ ਕੀ ਹੈ ਕਿ ਕੁਛ ਇੱਕ ਬਾਇਰਸ ਜਿਹੜੇ ਹੈ ਜਿਨ੍ਹਾਂ ਨੇ ਜਿੱਥੋਂ ਇਹ ਪ੍ਰੋਬਲਮ ਸ਼ੁਰੂ ਹੋਈ, ਬੇਸਿਕਲੀ ਮੈਂ ਇਹਨੂੰ ਪ੍ਰੋਬਲਮ ਇਸ ਕਰਕੇ ਕਹਿੰਦਾ ਕਿ ਸਰਕਾਰ ਨੂੰ ਨੱਥ ਪਾਉਣੀ ਪਈ ਇਸ ਹੱਦ ਤੱਕ ਇਹ ਸਮੱਸਿਆ ਜਿਹੜੀ ਹੋ ਗਈ ਸੀ, ਕਿਉਂਕਿ ਅਫੋਰਡੇਬਿਲਿਟੀ 'ਤੇ ਵੀ ਇਸ ਨੇ ਬਹੁਤ ਜ਼ਿਆਦਾ ਵੱਡਾ ਅਸਰ ਕੀਤਾ ਸੀਗਾ। ਸੋ ਉਹ ਜਿਹੜੇ ਬਾਇਰ ਹੈ ਉਹ ਕੀ ਕਰਦੇ ਹੈਗੇ ਆ ਕਿ ਕੰਪਲੀਟ ਕਰਨ ਦੇ ਵਿੱਚ ਕੁਝ ਸਮਾਂ ਲੈ ਲੈਂਦੇ ਆ ਸੈਲਰ ਤੋਂ, ਠੀਕ ਹੈ, ਕਿ ਮੈਂ ਜੀ 2 ਜਾਂ 3 ਮਹੀਨੇ ਤੱਕ ਜਿਹੜਾ ਇਹਨੂੰ ਕੰਪਲੀਟ ਕਰੂੰਗਾ। ਸੋ ਡਿਊਰਿੰਗ ਦੈਟ ਟਾਈਮ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ, ਕਿਉਂਕਿ 2 ਮਹੀਨੇ ਦੇ ਵਿੱਚ ਉਹ ਅੱਗੇ ਗਾਂ ਉਹਨੂੰ, ਤਾਂ ਕਿ ਉਹ ਕੰਪਲੀਟ ਨਹੀਂ ਕਰਾਉਂਦਾ ਪ੍ਰੋਪਰਟੀ, ਉਹ ਆਪਣਾ ਵਿੱਚੋਂ ਮੁਨਾਫਾ ਲੈ ਲੈਂਦਾ 2 ਲੱਖ ਜਾਂ 1.5 ਜਾਂ ਲੱਖ ਜਾਂ ਤੋਂ ਜਿੰਨਾ ਉਹਨੇ ਲੈਣਾ ਹੈਗਾ, ਅਤੇ ਜਿਹੜਾ ਤੀਸਰਾ ਬੰਦਾ ਹੈਗਾ ਉਹਨੂੰ ਕੰਪਲੀਟ ਕਰਵਾਊਗਾ।
ਸੋ ਇਹ ਜਿਹੜਾ ਪ੍ਰੋਸੈਸ ਹੈਗਾ ਹੈ ਕਿ ਵਿੱਚੋਂ ਨਿਕਲ ਜਾਣਾ, ਜਿਹੜਾ ਅਸਲੀ ਬਾਇਰ ਨੇ ਵਿੱਚੋਂ ਨਿਕਲ ਜਾਣਾ ਤੇ ਬਾਇਰ ਜਿਹੜਾ ਹੋਰ ਬਣ ਜਾਣਾ, ਸੋ ਦੈਟਸ ਆਮ ਜਿਹੜੀ ਸਧਾਰਨ ਸ਼ਬਦਾਂ ਵਿੱਚ ਇਹ ਫਲਿੱਪਿੰਗ ਹੈ। ਤੇ ਸਰਕਾਰ ਪਹਿਲਾਂ ਕਹਿੰਦੇ ਵੀ ਫਲਿੱਪਿੰਗ ਨਹੀਂ ਹੋਣ ਦਿੰਦੀ, ਉਹ ਕਹਿੰਦੇ ਅਸੀਂ ਰੋਕੀ ਹੈ ਫਲਿੱਪਿੰਗ, ਪਹਿਲਾਂ ਕੀ ਕੀਤਾ ਜਾਂਦਾ ਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਰਿਹਾ ਇਹਦੇ ਤਹਿਤ ਕੀ ਹੋਊਗਾ? ਓਕੇ, ਦੈਟਸ ਵੰਡਰਫੁਲ ਕੁਐਸਚਨ ਐਕਚੁਅਲੀ। ਫਲਿੱਪਿੰਗ ਜਿਹੜੀ ਹੈ, ਤੁਹਾਨੂੰ ਯਾਦ ਹੋਵੇ ਕਿ ਜੂਨ 2016 ਤੋਂ ਸ਼ੁਰੂ ਹੋਈ ਹੈ ਤੇ 18 ਤੱਕ ਇਹ ਸਮੱਸਿਆ ਚੱਲੀ ਸੀਗੀ। ਖਾਸ ਕਰਕੇ ਇਹ ਟੋਰਾਂਟੋ ਤੇ ਵੈਨਕੂਵਰ ਤੋਂ ਸ਼ੁਰੂ ਹੋਈ। ਵੈਨਕੂਵਰ ਦੇ ਵਿੱਚ ਕੁਛ ਇੱਕ ਖਾਸ ਕਮਿਊਨਿਟੀ ਨੇ ਖਾਸ ਕਰਕੇ ਕੀਤਾ ਕਿ ਇੱਕ ਘਰ ਦੀ ਜਿਹੜੀ ਹੈ 3-3 ਵਾਰੀ ਜਿਹੜਾ ਉਹ ਫਲਿੱਪਿੰਗ ਕਰ ਦਿੱਤੀ। ਯਾਨੀ ਇੱਕ ਬੰਦਾ ਹੈਗਾ ਵਿੱਚ, ਉਹਨੂੰ ਗਾਂਹ ਦਿੱਤਾ ਗਿਆ ਟਾਈਮ, ਉਹਨਾਂ ਨੇ 4 ਜਾਂ 5 ਮਹੀਨੇ ਦਾ ਲੈ ਲਿਆ। ਜਿਹੜਾ ਐਕਚੁਅਲ ਬਾਇਰ ਹੈ ਜਿਹੜਾ ਉਹ 5ਵਾਂ ਜਾਂ 6ਵਾਂ ਬੰਦਾ ਹੁੰਦਾ ਸੀਗਾ ਤੇ ਵਿੱਚੋਂ ਜਿਹੜੇ ਬੰਦੇ ਸੀਗੇ ਉਹ ਸਾਰੇ ਉਹ ਨਿਕਲ ਜਾਂਦੇ ਸੀ। ਸੋ ਗਵਰਨਮੈਂਟ ਨੇ ਕੀ ਕੀਤਾ, ਦੂਸਰਾ ਇਹਦੇ ਵਿੱਚ ਪੁਆਇੰਟ ਸੀਗਾ ਡਬਲ ਐਂਡ ਦਾ। ਡਬਲ ਐਂਡ ਦਾ ਮਤਲਬ ਇਹ ਹੈ ਕਿ ਗੁਰਤੇਜ ਸਿੰਘ ਗਿੱਲ ਬਾਇਰ ਦਾ ਵੀ ਰੀਅਲਟਰ ਹੈਗਾ ਤੇ ਸੈਲਰ ਦਾ ਵੀ ਰੀਅਲਟਰ ਹੈਗਾ। ਸੋ ਬੜੀ ਸੁਭਾਵਿਕ ਜੀ ਇੱਕ ਗੱਲ ਸੀਗੀ ਕਿ ਇੱਕੋ ਰੀਅਲਟਰ ਜਿਹੜਾ, ਓਕੇ ਰੀਅਲਟਰ ਦਾ ਮਤਲਬ ਹੈਗਾ ਤੁਸੀਂ ਨੈਗੋਸ਼ੀਏਟ ਕਰਨਾ, ਠੀਕ ਹੈ, ਤੁਸੀਂ ਸੈਲਰ ਨੂੰ ਬੈਸਟ ਵੈਲਿਊ ਲੈ ਕੇ ਦੇਣੀ ਹੈਗੀ ਹੈ ਤੇ ਬਾਇਰ ਨੂੰ ਜਿਹੜੀ ਹੈ ਉਹ ਘੱਟ ਤੋਂ ਘੱਟ ਉਹਦੀ ਪ੍ਰਾਈਸ ਦੇ ਉੱਤੇ ਉਹਦੀ ਪ੍ਰਾਪਰਟੀ ਲੈ ਕੇ ਦੇਣੀ ਹੈਗੀ ਹੈ, ਠੀਕ ਹੈ। ਸੋ ਪਹਿਲਾਂ ਹੁੰਦਾ ਸੀਗਾ ਕਿ ਦੋਨੋਂ ਪਾਸੇ ਰਿਪਰੈਜ਼ੈਂਟ ਕਰਦਾ ਸੀਗਾ, ਸੋ ਮੀਨਸ ਕਿ ਦੋਨੋਂ ਪਾਸਿਓਂ ਜਿਹੜਾ ਉਹ ਕਮਿਸ਼ਨ ਲੈਂਦਾ ਸੀ। ਸੋ 2018 ਦੇ ਵਿੱਚ, ਇਫ ਆਈ ਐਮ ਨਾਟ ਰੋਂਗ, ਜੂਨ 16 2018 ਦੇ ਵਿੱਚ ਗਵਰਨਮੈਂਟ ਨੇ ਕੀਤਾ ਕਿ ਡਬਲ ਐਂਡ ਜਿਹੜਾ ਉਹ ਖਤਮ ਹੋਊਗਾ ਜੀ, ਠੀਕ ਹੈ। ਕੌਂਸਲ ਨੇ ਇਸ ਸੰਬੰਧੀ ਬਕਾਇਦਾ ਇਸ ਸੰਬੰਧੀ ਐਕਟ ਜਿਹੜਾ ਕਾਨੂੰਨ ਬਣ ਗਿਆ। ਸੋ ਡਬਲ ਐਂਡਿੰਗ ਖਤਮ ਹੋ ਗਈ ਤੇ ਇਹਦੇ ਨਾਲ ਹੀ ਜਿਹੜੀ ਹੈ ਉਹ ਫਲਿੱਪਿੰਗ ਦੇ ਉੱਤੇ ਕੰਟਰੋਲ ਇਹ ਕੀਤਾ ਕਿ ਸੈਕਸ਼ਨ 20 ਦੇ ਵਿੱਚ ਹੁੰਦਾ ਸੀਗਾ ਕਿ ਬਾਇਰ ਐਂਡ ਸੈਲਰ ਦਾ ਆਪਸ ਵਿੱਚ ਦੀ ਜਿਹੜਾ ਲੈਣ ਦੇਣ ਜਿਹੜਾ ਹੈਗਾ ਕਿ ਉਹ ਕੰਡੀਸ਼ਨਸ ਦਾ ਹੁੰਦਾ ਸੀ ਕਿ ਸਰਟਨ ਕੰਡੀਸ਼ਨ, ਜਨਰਿਕ ਕੰਡੀਸ਼ਨਸ ਹੁੰਦੀਆਂ ਸੀ। ਸੈਕਸ਼ਨ 20A ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਬੰਦਾ ਬਾਇਰ ਹੈ, ਜੇਕਰ ਉਹ ਕੰਪਲੀਟ ਨਹੀਂ ਕਰਦਾ ਪ੍ਰਾਪਰਟੀ ਨੂੰ, ਉਸ ਸੇਲ ਨੂੰ ਕੰਪਲੀਟ ਨਹੀਂ ਕਰਦਾ ਤੇ ਅੱਗੇ ਵੇਚਣੀ ਚਾਹੁੰਦਾ ਹੈਗਾ, ਤਾਂ ਉਹ ਜਿਹੜਾ ਸੈਲਰ ਹੈ ਉਹਦੀ ਪਰਮਿਸ਼ਨ ਦੇ ਨਾਲ ਹੀ ਕਰ ਸਕਦਾ ਹੈਗਾ, ਠੀਕ ਹੈ। ਮਤਲਬ ਜਿਹੜੀ ਗੱਲ ਮੈਂ ਸਮਝ ਰਿਹਾ ਕਿ ਬੰਦੇ ਨੇ ਬਿਆਨਾ ਦੇ ਦਿੱਤਾ, ਜੇ ਦੇਸੀ ਭਾਸ਼ਾ 'ਚ ਸਮਝੀਏ, ਰਜਿਸਟਰੀ ਕਰਾਉਣ ਤੋਂ ਪਹਿਲਾਂ ਉਹ ਤੋਂ ਮਹਿੰਗੀ ਕਿਸੇ ਹੋਰ ਨੂੰ ਵੇਚ ਦਿੰਦਾ। ਬਿਲਕੁਲ ਬਿਲਕੁਲ ਐਗਜ਼ੈਕਟਲੀ। ਸੋ ਉਹ ਬਿਆਨਾ ਕਰਨ ਤੋਂ ਜਾਂ ਬਿਆਨਾ ਕਰ ਲਿਆ, ਬਟ ਉਹਨੂੰ ਜਿਹੜਾ ਕੰਪਲੀਟ ਉਹਦੀ ਰਜਿਸਟਰੀ ਕਰਾਉਣ ਤੋਂ ਪਹਿਲਾਂ ਅੱਗੇ ਉਹਨੇ ਦੇ ਦਿੱਤੀ। ਬਟ 18 ਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਸੈਕਸ਼ਨ 20A ਵਿੱਚ ਪਾ ਦਿੱਤਾ ਕਿ ਸੈਲਰ ਦੀ ਪਰਮਿਸ਼ਨ ਜ਼ਰੂਰੀ ਹੈ, ਉਹਨੂੰ ਨੋਟੀਫਾਈ ਕਰਨਾ ਜ਼ਰੂਰੀ ਹੈ, ਨੰਬਰ 1, ਜਾਂ ਫਿਰ ਜਿਹੜਾ ਉਹਦੇ ਵਿੱਚੋਂ ਪ੍ਰੋਫਿਟ ਹੋਊਗਾ ਉਹ ਪ੍ਰੋਫਿਟ ਜਿਹੜਾ ਐਕਚੁਅਲ ਸੈਲਰ ਹੈ ਉਹਨੂੰ ਜਾਊਗਾ, ਠੀਕ ਹੈ। ਹੁਣ ਕੀ ਕੀਤਾ ਕਿ ਜਿਹੜੇ ਬਾਇਰਸ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸੈਲਰਸ ਰੀਅਲਟਰਸ ਕਰਦੇ, ਕਿਉਂਕਿ ਐਡਵਾਈਸ ਤਾਂ ਰੀਅਲਟਰਸ ਦੀ ਹੀ ਹੁੰਦੀ ਹੈ, ਪ੍ਰੋਫੈਸ਼ਨਲ ਹੁੰਦੇ ਆ ਉਹ। ਬਾਇਰਸ ਇਹ ਕਹਿੰਦੇ ਆ ਕਿ ਆਹ ਜਿਹੜਾ ਸੈਕਸ਼ਨ 20A ਹੈ ਇਹਨੂੰ ਭਾਈ ਕੱਟ ਦੇ, ਤੂੰ ਕੱਟ ਕੇ ਉੱਤੇ ਜਿਹੜੇ ਸੈਲਰ ਦੇ ਇਨੀਸ਼ੀਏਟ ਕਰਵਾ ਲਾ। ਬੰਦਾ ਮਤਲਬ ਕਿ ਸੈਲਰ ਸ਼ੁੱਡ ਨੋ ਐਟ ਕੇ ਅਸੀਂ ਇਹਨੂੰ ਜਿਹੜਾ ਕੱਟਿਆ ਹੈਗਾ, ਆਪ ਵੀ ਇਨੀਸ਼ੀਅਲ ਕਰਤੇ। ਬਟ ਕਾਉਂਸਲ ਦੇ ਨਾਲ ਇਹਨੂੰ ਹੋਰ ਪੱਕਾ ਕੰਮ ਕਰਨ ਲਈ ਇੱਕ ਨੋਟਿਸ ਟੂ ਦਾ ਸੈਲਰ, ਇੱਕ 1 ਪੇਜ ਫਾਰਮ ਹੈ ਉਹ ਐਡ ਕਰਤਾ, ਜਿਹਦੇ ਵਿੱਚ ਗੱਲ ਪੂਰੀ ਹੋ ਜਾਂਦੀ ਹੈ ਕਿ ਜਿਹੜਾ ਸੈਲਰ ਹੈ ਇਸ ਚੀਜ਼ ਨੂੰ ਸਮਝਦਾ ਹੈਗਾ ਕਿ ਜੇਕਰ ਬਾਇਰ ਹੈ ਉਹ ਜੇ ਕੰਪਲੀਟ ਕਰਨ ਤੋਂ ਪਹਿਲਾਂ ਕਿਸੇ ਹੋਰ ਨੂੰ ਪ੍ਰਾਪਰਟੀ ਵੇਚਣਾ ਚਾਹੁੰਦਾ ਤਾਂ ਮੈਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ ਹੋਊਗਾ ਤੇ ਇਸ ਤੋਂ ਹੋਣ ਵਾਲਾ ਜਿਹੜਾ ਮੁਨਾਫਾ ਹੈ, ਜਿਹੜਾ ਪ੍ਰੋਫਿਟ ਹੈ, ਉਹ ਵੀ ਮੈਂ ਨਹੀਂ ਲਊਂਗਾ। ਸੋ ਇਹ ਜਿਹੜੀ ਪਿਛਲੀ ਜਿਹੜੀ ਹੈ 18 ਵਾਲੀ ਉਹਦੇ ਵਿੱਚ ਸੀਗਾ। ਤੇ ਹੁਣ ਜਿਹੜਾ ਹੈਗਾ ਕਿ ਨਵੇਂ ਐਕਟ ਦੇ ਵਿੱਚ ਉਹ ਹੈਗਾ ਕਿ 1 ਈਅਰ ਤੱਕ ਜੇ ਤੁਸੀਂ ਸੈੱਲ ਕਰਦੇ ਹੈ ਬਿਫੋਰ 12 ਮੰਥਸ ਤਾਂ ਉਹ ਐਜ਼ ਏ ਫਲਿੱਪਿੰਗ ਗਿਣੀ ਜਾਊਗੀ, ਠੀਕ ਹੈ। ਜੇ ਤੁਸੀਂ ਉਸ ਨੂੰ ਫਲਿੱਪਿੰਗ ਉਹ ਕਰਨੀ ਹੈ ਤਾਂ ਉਹਦੇ ਵਿੱਚੋਂ ਹੁਣ ਜਿਹੜਾ ਮੁਨਾਫਾ ਹੈ, ਮੰਨ ਲਓ 1 ਮਿਲੀਅਨ ਦੀ ਪ੍ਰਾਪਰਟੀ ਹੈਗੀ ਹੈ ਤੇ ਅੱਗੇ 1.2 ਦੀ ਵਿਕਦੀ ਹੈ, ਸੋ 2 ਲੱਖ ਤੇ ਜਿਹੜਾ ਉਹ ਗਵਰਨਮੈਂਟ ਨੇ ਅਜੇ ਟੈਕਸ ਇਹਦੇ 'ਤੇ ਨਿਰਧਾਰਿਤ ਨਹੀਂ ਕੀਤਾ, ਜੋ ਮੈਂ ਸਮਝਦਾ ਕਿ ਕਾਫੀ ਹਾਈ ਟੈਕਸ ਹੋਊਗਾ ਇਹ। ਸੋ ਬੇਸਿਕਲੀ ਇਸ ਫਲਿੱਪਿੰਗ ਨੂੰ ਡਿਸਕਰੇਜ ਕਰਨ ਦਾ ਜਿਹੜਾ ਇੱਕ ਤਰ੍ਹਾਂ ਦਾ ਸਰਕਾਰ ਦਾ ਹੀਲਾ ਹੈਗਾ। ਸੋ ਹੁਣ ਵਾਲੇ ਇਸ ਬਜਟ ਦੇ ਵਿੱਚ ਬਹੁਤ ਸਾਰੇ ਛੋਟੇ ਸਟੈਪਸ ਜਿਹੜੇ ਹੈਗੇ ਆ, ਜਿਹੜੇ ਗਵਰਨਮੈਂਟ ਨੇ ਪਾਏ ਆ ਤਾਂ ਕਿ ਹਾਊਸਿੰਗ ਅਫੋਰਡੇਬਿਲਟੀ ਵਧਾਈ ਜਾ ਸਕੇ ਤੇ ਆਮ ਜਿਹੜੇ ਹੈਗੇ ਆ ਲੋਕਾਂ ਨੂੰ ਘਰ ਹੈ ਉਹ ਮੁਹੱਈਆ ਹੋ ਸਕਣ। ਸੋ ਕਾਫੀ ਇਟਸ ਅ ਬਲੈਂਡ ਆਫ ਡਿਫਰੈਂਟ ਸਟੈਪਸ, ਠੀਕ ਹੈ, ਜਿਹਦੇ ਵਿੱਚੋਂ ਇਹ ਫਲਿੱਪਿੰਗ ਵਾਲਾ ਜਿਹੜਾ ਹੈਗਾ ਇਟਸ ਐਂਟੀ ਫਲਿੱਪਿੰਗ ਟੈਕਸ ਹੈ ਇਹਦਾ ਪੂਰਾ ਜਿਹੜਾ ਨਾਂ ਹੈ। ਅਜੇ ਇਹਦੀ ਪਰਸੈਂਟੇਜ ਹੈ ਉਹ ਨਿਰਧਾਰਿਤ ਗਵਰਨਮੈਂਟ ਨੇ ਅੱਗੇ ਕਰਨੀ ਹੈਗੀ ਆ। ਮਤਲਬ ਜੇ ਇੱਕ ਬੰਦੇ ਨੇ ਮਿਲੀਅਨ ਦਾ 10 ਲੱਖ ਦਾ ਘਰ ਲੈ ਲਿਆ
ਤੇ ਉਹਨੇ 11ਵੇਂ ਮਹੀਨੇ ਦੇ ਵਿੱਚ ਜਾ ਕੇ ਉਹਨੂੰ 1.5 ਲੱਖ ਦਾ ਵੇਚ ਦਿੱਤਾ ਤਾਂ ਉਹਦੇ ਉੱਤੇ ਹਾਈ ਟੈਕਸ ਉਹਨੂੰ ਦੇਣਾ ਪਊਗਾ। ਜੇ ਉਹ ਸਾਲ ਤੋਂ ਬਾਅਦ ਵੇਚਦਾ ਹੈ ਤਾਂ ਫਿਰ ਉਹ ਟੈਕਸ ਨਹੀਂ ਦੇਣਾ ਪਊਗਾ। ਫਿਰ ਨਹੀਂ ਦੇਣਾ ਪੈਂਦਾ। ਮੈਂ ਕਹਿੰਦਾ ਜੀ 11 ਮਹੀਨੇ ਤੇ 29ਵੇਂ ਦਿਨ ਵੀ ਜੇ ਉਹਨੇ ਵੇਚਤਾ ਤਾਂ ਉਸ ਕੈਟਾਗਰੀ ਦੇ ਫਲਿੱਪਿੰਗ ਐਂਟੀ ਫਲਿੱਪਿੰਗ ਕੈਟਾਗਰੀ ਦੇ ਵਿੱਚ ਆਊਗਾ ਉਹ। ਤੇ ਜੇਕਰ ਉਹ ਇੱਕ ਦਿਨ ਉੱਪਰ ਵੇਚਦਾ ਹੈਗਾ ਤਾਂ ਦੈਨ ਡੈਫੀਨੇਟਲੀ ਉਹ ਉਹਦਾ ਜਿਹੜਾ ਕਾਗਜ਼ ਪੱਤਰ ਜਿਹੜਾ ਸ਼ੁਰੂ ਹੁੰਦਾ ਹੈ ਜਾਂ ਉਹਦਾ ਕੰਟਰੈਕਟ ਆਫ ਪਰਚੇਜ ਐਂਡ ਸੇਲ ਜਿਹੜੀ ਤਰੀਕ ਨੂੰ ਸਾਈਨ ਕਰਦਾ ਹੈ ਉਹ 12 ਮਹੀਨਿਆਂ ਤੋਂ ਬਾਅਦ ਕਰਦਾ ਤਾਂ ਉਹਨੂੰ ਕੋਈ ਟੈਕਸ ਜਿਹੜਾ ਉਹ ਨਹੀਂ ਲੱਗੂਗਾ। ਇੱਕ ਹੋਰ ਗੱਲ ਇਹਦੇ ਵਿੱਚ ਸਾਨੂੰ ਸਮਝਾਇਓ, ਫੋਰਨ ਬਾਇਰ ਦੇ ਉੱਤੇ ਬਹੁਤ ਸਾਰਾ ਗੱਲਬਾਤ ਹੋ ਰਹੀ ਹੈ ਕਿ ਫੋਰਨ ਬਾਇਰ ਨੂੰ ਰੋਕਿਆ ਜਾ ਰਿਹਾ ਹੈ ਵੀ ਕਹਿੰਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਇੱਥੇ ਦੇ ਸਿਟੀਜ਼ਨ ਨਹੀਂ ਆ ਉਹ ਆ ਕੇ ਅੰਨਾ ਪੈਸਾ ਮਾਰਕੀਟ ਦੇ ਵਿੱਚ ਸਿੱਟ ਦਿੰਦੇ ਆ ਤਾਂ ਰੇਟ ਵਧਾ ਦਿੰਦੇ ਆ। ਬੰਦਾ ਇੱਕ ਚੀਜ਼ 2 ਮਿਲੀਅਨ ਦੀ ਲੈਂਦਾ, ਉਹ ਕਹਿੰਦੇ ਨਹੀਂ ਅਸੀਂ 2.5 ਮਿਲੀਅਨ ਦਿੰਦੇ ਇਹ ਚੀਜ਼ ਸਾਡੀ। ਇਹਦਾ ਅਸਰ ਡਾਊਨਟਾਊਨ ਵੈਨਕੂਵਰ ਹੀ ਹੁੰਦਾ, ਉਹ ਸਾਰੇ ਰੇਟ ਵੱਧਦੇ ਆ, ਜਾਂ ਇੱਥੇ ਜਦੋਂ ਆਮ ਘਰਾਂ ਦਾ ਲੈਣ ਦੇਣ ਹੁੰਦਾ ਇਹਦੇ ਵਿੱਚ ਵੀ ਜਿਹੜੀ ਆਫਰ ਪਾਉਣ ਵਾਲੇ ਫੋਰਨ ਬਾਇਰ ਹੁੰਦੇ ਆ ਸਰੀ ਦੇ ਵਿੱਚ? ਸੋਤਾ ਸਾਹਿਬ, ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜੀ ਇੱਕ ਧਾਰਨਾ ਤੇ ਮੈਂ ਚੱਲਿਆ ਉਹ ਹੈ ਕਿ ਨੀਤ ਤੇ ਨੀਤੀ ਤੇ ਨੀਅਤ। ਇਹਦੇ ਵਿੱਚ ਜਿਹੜਾ ਤੁਹਾਡਾ ਪੁਆਇੰਟ ਹੈ ਇਹਦੇ ਵਿੱਚ ਸਰਕਾਰ ਦੀ ਨੀਅਤ ਤੇ ਕੋਈ ਸ਼ੱਕ ਨਹੀਂ, ਬਟ ਨੀਤੀ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਇੰਨੀ ਕਾਮਯਾਬ ਹੈਗੀ ਹੈ ਜਾਂ ਇਹਦੇ 'ਤੇ ਹੋਰ ਕੰਮ ਕਰਨ ਦੀ। ਹਾਂ ਦੇਖੋ, ਮੈਂ ਜਿਵੇਂ ਕਿਹਾ ਕਿ ਇਟਸ ਬਲੈਂਡ ਆਫ, ਕਿਸੇ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ, ਪ੍ਰੋਗਰਾਮ ਨੂੰ, ਪਾਲਿਸੀ ਨੂੰ ਕਾਮਯਾਬ ਬਣਾਉਣਾ ਤਾਂ ਕਿਸੇ ਇੱਕ ਚੀਜ਼ ਨਾਲ ਨਹੀਂ ਹੋ ਸਕਦੀ। ਉਹਦੇ ਵਿੱਚ ਬਲੈਂਡ ਆਫ ਫੈਕਟਰਸ ਜਿਹੜੇ ਉਹ ਕੰਮ ਕਰਦੇ ਹੈਗੇ ਆ। ਫਾਰਨ ਬਾਇਰਸ ਦਾ ਜਿਹੜਾ ਹੈ ਗੌਰਮੈਂਟ ਦਾ ਜਿਹੜਾ ਆਮ ਕਮਿਊਨਿਟੀ ਨੂੰ, ਆਮ ਲੋਕਾਂ ਨੂੰ ਜਿਹੜਾ ਇੰਪਰੈਸ਼ਨ ਇਹ ਹੈ ਕਿ ਜੀ ਬਾਹਰੋਂ ਆ ਕੇ ਬੰਦੇ ਪਤਾ ਨਹੀਂ ਕਿੰਨੀਆਂ ਕੁ ਪ੍ਰਾਈਸਿਸ ਵਧਾ ਦਿੰਦੇ ਹੈਗੇ ਆ। 1 ਜਾਂ 2% ਮੈਕਸੀਮਮ ਹੈਗਾ, ਠੀਕ ਹੈ। ਬਾਹਰੋਂ ਜਿਹੜੇ ਲੋਕ ਆਉਂਦੇ ਹੈਗੇ ਆ ਉਹਨਾਂ ਦੇ ਵਿੱਚੋਂ ਜੋ ਮੈਂ ਕੱਲ੍ਹ ਹੀ ਇਹ ਸਟੱਡੀ ਕਰ ਰਿਹਾ ਸੀ ਕਿ 80% ਇਨਵੈਸਟਮੈਂਟ ਪਰਪਸ ਨਾਲ ਆਉਂਦੇ, ਠੀਕ ਹੈ। ਉਹਨਾਂ ਨੇ ਜੇ ਵੈਨਕੂਵਰ ਨਹੀਂ ਇਨਵੈਸਟਮੈਂਟ ਕਰਨੀ, BC 'ਚ ਨਹੀਂ ਕਰਨੀ, ਅਲਬਰਟਾ 'ਚ ਕਰ ਲੈਣਗੇ, ਠੀਕ ਹੈ। ਜਾਂ ਜੇ ਕੈਨੇਡਾ 'ਚ ਨਹੀਂ ਕਰਨ ਦੇਣੀ ਤਾਂ ਕਿ ਆਸਟ੍ਰੇਲੀਆ 'ਚ ਕਰ ਲੈਣਗੇ, ਕਿਸੇ ਹੋਰ ਕੰਟਰੀ 'ਚ ਕਰ ਲੈਣਗੇ, ਠੀਕ ਹੈ। ਉਹਨਾਂ ਨੇ ਤਾਂ ਪੈਸਾ ਇਨਵੈਸਟ ਕਰਨਾ ਹੈਗਾ, ਪ੍ਰੋਫਿਟ ਕਮਾਉਣਾ ਹੈਗਾ। ਸੋ ਇਹਦੇ ਵਿੱਚ ਕੋਈ ਇੰਨਾ ਵੱਡਾ ਫਰਕ ਨਹੀਂ ਪੈਣ ਵਾਲਾ। ਬਟ ਹਾਂ, ਕੁਛ ਹੱਦ ਤੱਕ ਜਿਹੜਾ ਉਹ ਸਰਕਾਰ ਦਾ ਜਿਹੜਾ ਹੀਲਾ ਹੈ ਉਹ ਮੈਂ ਕਹਿੰਦਾ ਉਹ ਕਾਮਯਾਬੀ ਵਾਲੇ ਪਾਸੇ ਹੈਗਾ। ਅਤੇ ਬਾਕੀ ਜਿਹੜਾ ਇਹ ਹੈਗਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਅਤੇ ਨਾਨ ਰੀਕ੍ਰੀਏਸ਼ਨਲ ਪ੍ਰੋਪਰਟੀ ਦੇ ਉੱਤੇ ਜਿਹੜਾ ਉਹ ਟੈਕਸ ਲੱਗਣਾ ਫੋਰਨ ਬਾਇਰਸ ਦਾ। ਸੋ ਅੱਜ ਹੀ ਮੈਨੂੰ ਕੋਈ ਗੱਲ ਕਰ ਰਿਹਾ ਸੀ ਕਿ ਨਾਨ ਰੀਕ੍ਰੀਏਸ਼ਨ ਦਾ ਮਤਲਬ ਰੀਕ੍ਰੀਏਸ਼ਨਲ ਪ੍ਰੋਪਰਟੀ 'ਤੇ ਨਹੀਂ ਲੱਗੂਗਾ, ਨਾਨ ਰੈਕ 'ਤੇ ਲੱਗੂਗਾ ਅਤੇ ਰੈਜ਼ੀਡੈਂਸ਼ੀਅਲ 'ਤੇ ਲੱਗੂਗਾ, ਠੀਕ ਹੈ। ਅਤੇ ਜੇ ਰੀਕ੍ਰੀਏਸ਼ਨਲ ਹੈਗੀ ਆ ਉਹਦੇ 'ਤੇ ਨਹੀਂ ਲੱਗੂਗਾ। ਤਾਂ ਉਹ ਬੰਦੇ ਕਹਿੰਦੇ ਯਾਰ ਲੋਕਾਂ ਨੇ ਘਰ ਲੈ ਕੇ ਉੱਤੇ ਮਾੜਾ ਮੋਟਾ ਕੋਈ ਰੀਕ੍ਰੀਏਸ਼ਨ ਦਾ ਉੱਥੇ ਮੰਨ ਲਓ ਕੋਈ ਤੁਸੀਂ ਉੱਥੇ ਆਪਣਾ ਖੋਲ੍ਹ ਲਿਆ, ਜਿਮ ਖੋਲ੍ਹ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਜਿੱਥੇ ਰੀਕ੍ਰੀਏਸ਼ਨਲ ਐਕਟੀਵਿਟੀ ਹੈ ਉਹਦੇ 'ਤੇ ਟੈਕਸ ਨਹੀਂ ਲੱਗੂਗਾ। ਸੋ ਮੈਂ ਸਮਝਦਾ ਵੀ ਲੋਕ ਪਹਿਲਾਂ ਹੀ ਸੋਚੀ ਬੈਠੇ ਹੁੰਦੇ ਆ ਕਿ ਇਸ ਦਾ ਇਸ ਸਮੱਸਿਆ ਦਾ ਹੱਲ ਕੀ ਹੈਗਾ ਇਹ, ਠੀਕ ਹੈ ਨਾ। ਬਟ ਅਗੇਨ ਚਲੋ ਮੈਂ ਐਪਰੀਸ਼ੀਏਟ ਕਰਦਾ ਕਿ ਸਰਕਾਰ ਦੀ ਨੀਅਤ ਇਸ ਸੰਬੰਧ ਵਿੱਚ ਠੀਕ ਹੈ, ਕੁਛ ਇੱਕ ਹੱਦ ਤੱਕ ਉਪਰਾਲਾ ਠੀਕ ਹੈ, ਬਟ ਫੋਰਨ ਬਾਇਰਸ ਦਾ ਮਾਰਕੀਟ ਦੇ ਉੱਤੇ ਇੰਨਾ ਕੋਈ ਅਸਰ ਨਹੀਂ। ਬਾਕੀ ਉਂਝ ਲੋਕਾਂ ਦੇ ਵਿੱਚ ਜ਼ਰੂਰ ਹੈਗਾ ਕਿ ਇਸ ਦਾ ਅਸਰ ਜਿਹੜਾ ਪੈਂਦਾ, ਬਟ ਜੇ ਸਟੈਟਿਸਟਿਕਲੀ ਜੇਕਰ ਤੁਸੀਂ ਦੇਖੋ ਤਾਂ ਮੈਂ ਸਮਝਦਾ ਕਿ 2 ਜਾਂ 3% ਤੋਂ ਵੱਧ ਇਸ ਦਾ ਟੋਟਲ ਮਾਰਕੀਟ ਦੇ ਉੱਤੇ ਅਸਰ ਨਹੀਂ ਹੁੰਦਾ ਗਾ, ਠੀਕ ਹੈ। 80% ਜਿਹੜੇ ਇਨਵੈਸਟਮੈਂਟ ਪਰਪਸ ਨਾਲ ਆ ਉਹ ਕੱਢ ਦਿਓ, ਅਤੇ ਜਿਨ੍ਹਾਂ ਨੇ 20% ਹੈ ਉਹਨਾਂ ਨੇ ਰਹਿਣਾ ਹੈਗਾ ਉਹ ਨਿਊਟਰਲ ਜੀ ਹੋ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਸਟੂਡੈਂਟਸ ਆ ਰਹੇ ਆ ਜਾਂ ਹੋਰ ਬਾਹਰੋਂ, ਮੇਰੇ ਲੜਕੇ ਨੇ ਕੂੰਜ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਅਤੇ ਉੱਥੇ 70% ਜਿਹੜੇ ਸ਼ੇਖਾਂ ਦੇ ਜਾਂ ਦੂਸਰੇ ਅਮੀਰ ਸਾਹਿਬਜ਼ਾਦੀਆਂ, ਠੀਕ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਇਸ ਚੀਜ਼ ਨਾਲ ਪੈਂਦਾ ਗਾ ਜਿਹਨੇ ਇਨਵੈਸਟਮੈਂਟ ਕਰਨੀ ਹੈ। ਇਹਦੇ ਨਾਲ ਮੈਂ ਇੱਕ ਛੋਟੀ ਐਗਜ਼ਾਮਪਲ 6 ਮਹੀਨੇ ਦੀ ਗੱਲ ਹੈ ਸੋਤਾ ਸਾਹਿਬ, ਦਿੱਲੀ ਤੋਂ ਇੱਕ ਬੰਦਾ ਜਿਹੜਾ ਉਹ ਬਿਜ਼ਨਸਮੈਨ ਸੀ ਅਤੇ ਮੈਨੂੰ ਕਹਿੰਦਾ ਜੀ ਸਾਨੂੰ ਕੋਈ ਇੱਥੇ ਪ੍ਰੋਪਰਟੀ ਦਵਾਓ ਤੁਸੀਂ, ਅਸੀਂ ਖਰੀਦਣੀ ਹੈਗੀ ਹੈ। ਤਾਂ ਉਹਦੇ 'ਤੇ ਮੈਂ ਕਿਹਾ ਜੀ 15% ਤੁਹਾਨੂੰ ਦੇਣਾ ਪੈਣਾ, ਤੁਸੀਂ ਬਾਹਰ ਕਿਤੇ। ਉਹ ਕਹਿੰਦਾ ਭਾਜੀ ਛੱਡੋ ਤੁਸੀਂ, 15% ਦੀ ਕਿਹੜੀ ਗੱਲ ਹੈ, ਪੈਸੇ ਲਾਉਣਾ ਤਾਂ ਕੋਈ ਪਰਵਾਹ ਨਹੀਂ। ਸੋ ਫੋਰਨ ਜਿਹੜੇ ਬਾਹਰ ਜਿਹੜੇ ਹੈਗੇ ਆ ਉਹ ਟੈਕਸ ਬਾਰੇ ਬਹੁਤੇ ਚਿੰਤਤ ਨਹੀਂ, ਉਹਨਾਂ ਨੂੰ ਪ੍ਰੋਪਰ ਲੋਕੇਸ਼ਨ ਅਤੇ ਪ੍ਰੋਪਰ ਜਿਹੜੀ ਪ੍ਰੋਪਰਟੀ ਚਾਹੁੰਦੇ ਉਹ ਮਿਲ ਜੇ। ਸੋ ਉਹ ਜਿਹੜੇ 20% ਹੈਗੇ ਆ ਉਹਨਾਂ ਨੂੰ ਇਸ ਚੀਜ਼ 'ਤੇ ਰਹਿਣ ਵਾਸਤੇ ਕੋਈ ਫਰਕ ਨਹੀਂ ਪੈਂਦਾ। 80% ਇਨਵੈਸਟਮੈਂਟ ਕਿਤੇ ਹੋਰ ਵੀ ਕਰ ਸਕਦੇ ਅਦਰ ਦੈਨ ਕੈਨੇਡਾ। ਨਾਲ ਮੈਂ ਇਹ ਕਹਿਣਾ ਕਿ ਗੁੱਡ ਗਵਰਨੈਂਸ ਦੇ ਵਿੱਚ ਇਹ ਆਉਂਦਾ ਹੈਗਾ ਕਿ ਤੁਸੀਂ ਜਿਹੜੀ ਫੋਰਨ ਇਨਵੈਸਟਮੈਂਟ ਹੈ ਉਹਨੂੰ ਐਨਕਰੇਜ ਕਰੋ। ਕੋਈ ਗਵਰਨਮੈਂਟ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੀ ਕਿ ਉਹ ਫੋਰਨ ਇਨਵੈਸਟਮੈਂਟ ਹੈ ਉਸ ਨੂੰ ਡਿਸਕਰੇਜ ਕਰੇ, ਐਂਡ ਰੀਅਲ ਸਟੇਟ ਇਜ਼ ਵਨ ਆਫ ਦੈਮ। ਰੀਅਲ ਸਟੇਟ ਬੇਸਿਕਲੀ ਲੌਬਿੰਗ ਦੇ ਵਿੱਚ ਅਤੇ ਗਵਰਨਮੈਂਟ ਨੂੰ, ਹਰ ਪਾਰਟੀ ਨੂੰ ਫੰਡਿੰਗ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਸੋ ਮੈਂ ਸਮਝਦਾ ਕਈ ਵਾਰੀ ਗੱਲਾਂ ਇਹ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ, ਬਟ ਉਮੀਦ ਹੈ ਕਿ ਚਲੋ ਆਪਾਂ ਨੂੰ ਇਹ ਹੈ ਕਿ ਆਮ ਲੋਕਾਂ ਤੱਕ ਕਰ ਦੀ ਜਿਹੜੀ ਉਹ ਘਰਾਂ ਦੀ ਪਹੁੰਚ ਹੋਵੇ ਅਤੇ ਇਹ ਲਾਗੂ ਹੋਵੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਆਉਣ ਲਈ, ਸ਼ੁਕਰੀਆ ਜੀ।
ਦੋਸਤੋ ਗਿੱਲ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ, ਬਹੁਤ ਸਾਰੀ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਫਲਿੱਪਿੰਗ ਕੀ ਹੁੰਦੀ ਹੈ, ਸਰਕਾਰ ਇਹਦੇ ਬਾਰੇ ਕੀ ਸੋਚਦੀ ਹੈ, ਅਤੇ ਦੂਜੀ ਇਹ ਲੌਜਿਕ ਵੀ ਕਾਫੀ ਚੰਗਾ ਲੱਗਦਾ ਕਿ ਜਿਹੜਾ ਬੰਦਾ ਦਿੱਲੀ ਤੋਂ ਉੱਠ ਕੇ ਵੈਨਕੂਵਰ ਦੇ ਵਿੱਚ ਕੈਸ਼ ਘਰ ਲੈਣ ਬਾਰੇ ਸੋਚੀ ਬੈਠਾ, ਉਹਨੂੰ 15% ਟੈਕਸ ਵੀ ਕੁਛ ਨਹੀਂ ਕਹਿੰਦਾ, ਉਹ ਪੈਸਾ ਵੀ ਲਾ ਦੇਊਗਾ। ਮਾਮਲਾ ਫਿਰ ਉੱਥੇ ਦਾ ਉੱਥੇ ਹੀ ਆ ਕਿ ਜਿਹੜਾ ਪਹਿਲੀ ਵਾਰੀ ਘਰ ਖਰੀਦ ਰਿਹਾ ਉਹਦੇ ਲਈ ਅਫੋਰਡੇਬਿਲਟੀ ਕੀ ਹੈ, ਕੀ ਉਹਦੇ ਪਹੁੰਚ ਦੇ ਵਿੱਚ ਇਹ ਘਰ ਆਉਣਗੇ ਜਾਂ ਗੱਲਾਂ ਉਪਰੀਆਂ ਰਹਿ ਜਾਂਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਹੋਰ ਜ਼ਿਆਦਾ ਸਪਸ਼ਟ ਹੋਣਗੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।